ਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ ਗੁਰਮੁਖ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ 94 ਸ਼ਬਦਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਉਹ ਸ਼ਬਦ ਜਿਨ੍ਹਾਂ ਦੇ ਭਾਵ ਅਰਥ ਗਹਿਰੇ ਹਨ, ਡੂੰਘੇ ਹਨ, ਔਰ ਜਿਨ੍ਹਾਂ ਦੇ ਲਫ਼ਜ਼ੀ ਅਰਥ ਵੀ ਕੁਝ ਕਠਿਨ ਹਨ, ਉਹ ਚੋਣ ਕੀਤੀ ਗਈ ਹੈ ਸ਼ਬਦਾਂ ਦੀ। ਉਹਨਾਂ ਵਿੱਚੋਂ ਆਸਾ ਰਾਗ ਦੇ ਸ਼ਬਦਾਂ ਵਿੱਚ ਭਗਤ ਕਬੀਰ ਜੀ ਦੇ ਸ਼ਬਦਾਂ ਦੀ ਵਿਚਾਰ ਚੱਲਦੀ ਹੈ। ਅੱਜ ਦਾ ਜੋ ਸ਼ਬਦ ਹੈ, ਹਮ ਕਰ ਸੂਤ ਤਣੈ ਨਿਤ ਤਾਣਾ, ਕੰਠ ਜਨੇਊ ਤੁਮਾਰੇ, ਤੁਮ ਤੋ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੈ ਹਮਾਰੇ। ਮੇਰੀ ਜੇਬਾ ਬਿਸ਼ਨ ਨੈਨ ਨਾਰਾयण, ਹਿਰਦੇ ਵਸੇ ਗੋਬਿੰਦਾ, ਜਬ ਦੁਆਰ ਜਬ ਪੁੱਛ ਬੁੱਧੇ, ਤਬ ਕਿਆ ਕਹਿਸ ਮੁਕੰਦਾ। ਇਹ ਰਾਉ ਦੀ ਪੰਕਤੀ ਹੈ। ਇਹ ਸ਼ਬਦ ਵਿਚਾਰ ਅੱਜ ਸਾਡੇ ਨਾਲ ਸਾਂਝੀ ਕਰ ਰਹੇ ਹਨ ਵੀਰ ਮਨਮੋਹਨ ਸਿੰਘ ਜੀ ਪੁੰਛ ਤੋਂ ਮੈਂ ਵੀਰ ਮਨਮੋਹਨ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਸ਼ਬਦ ਦੀ ਵਿਚਾਰ ਆਰੰਭ ਕਰਨ। ਵੀਰ ਮਨਮੋਹਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ, ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਹਮ ਕਰ ਸੂਤ ਤਣੇ ਨਿਤ ਤਾਨਾ, ਕੰਠ ਜਣਿਓ ਤੁਮਾਰੇ, ਤੁਮ ਤੋ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੈ ਹਮਾਰੇ। ਹਮ ਕਰ ਸੂਤ ਤਣੇ ਨਿਤ ਤਾਨਾ, ਕੰਠ ਜਣਿਓ ਤੁਮਾਰੇ, ਤੁਮ ਤੋ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੈ ਹਮਾਰੇ। ਮੇਰੀ ਜੇਵਾ ਬਿਸ਼ਨ ਨੈਨ ਨਾਰਾਇਣ, ਹਿਰਦੈ ਬਸੇ ਗੋਬਿੰਦਾ, ਜਮ ਦੁਆਰ ਜਬ ਪੁੱਛਸ ਬਵਰੇ, ਤਬ ਕਿਆ ਕੈਸ ਮੁਕੰਦਾ। ਮੇਰੀ ਜੇਬਾ ਬਿਸ਼ਨਾ ਨੈਨ ਨਾਰਾਇਣ, ਹਿਰਦੈ ਬਸੇ ਗੋਬਿੰਦਾ, ਜਮ ਦੁਆਰ ਜਬ ਪੁੱਛਸ ਬਵਰੇ, ਤਬ ਕਿਆ ਕੈਸ ਮੁਕੰਦਾ। ਹਮ ਗੁਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ, ਕਬਹੂ ਨ ਪਾਰ ਉਤਾਰ ਚਰਾਇਓ, कैसे खसम हमारे। तू बामण मैं काशिक जुल्हा, बूझो मोर ज्ञाना। तुम तो जाचे भूपत राजे, हर सो मोर ध्याना। तू बामण मैं काशिक जुल्हा, बूझो मोर ज्ञाना। तुम तो जाचे भूपत राजे,
ਹਰ ਸੋ ਮੋਰ ਤਿਹਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਾਧ ਸੰਗਤ ਜੀਓ, ਆਪ ਜੀ ਸਾਰੇ ਹੀ ਵਡਭਾਗੀ ਜੀਵ ਹੋ ਜੋ ਕਿ ਇਸ ਕਲਾਸ ਦੇ ਵਿੱਚ ਰੋਜ਼ਮਰਾ ਦੀ ਜ਼ਿੰਦਗੀ ਦੇ ਅੰਦਰ ਹਾਜ਼ਰੀ ਭਰ ਕੇ ਆਪਣੇ ਜੀਵਨ ਦਾ ਕੁਝ ਕੁ ਸਮਾਂ ਲਾਹੇ ਵਿੱਚ ਲਾਉਂਦੇ ਹੋ। ਸਤਿਗੁਰੂ ਪਾਤਸ਼ਾਹ ਜੀ ਦੀ ਸ਼ਬਦ ਗੁਰਬਾਣੀ, ਸਤਿਗੁਰਾਂ ਦੇ ਇਤਿਹਾਸ ਸਿਧਾਂਤ, ਉਹਨਾਂ ਦੀ ਜਾਣਕਾਰੀ ਇਸ ਕਲਾਸ ਰਾਹੀਂ ਸਾਨੂੰ ਲੈਣ ਦਾ ਸੁਭਾਗਾ ਸਮਾਂ ਜੋ ਹੈ ਪ੍ਰਾਪਤ ਹੁੰਦਾ ਹੈ। ਸੋ ਅੱਜ ਦੀ ਇਸ ਕਲਾਸ ਦੇ ਅੰਦਰ ਦਾਸ ਨੂੰ ਜੋ ਹੁਕਮ ਹੋਇਆ ਹੈ ਕਿ ਇਸ ਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 482 ਦੇ ਉੱਤੇ ਆਸਾ ਰਾਗ ਦੇ ਅੰਦਰ ਭਗਤ ਕਬੀਰ ਜੀ ਦਾ ਇਹ ਸ਼ਬਦ ਹੈ, ਜਿਸ ਦੇ ਅੰਦਰ ਭਗਤ ਜੀ ਨੇ ਬਹੁਤ ਵੱਡਾ ਗਿਆਨ ਜੋ ਹੈ ਸਾਨੂੰ ਬਖਸ਼ਿਸ਼ ਕਰਨ ਦਾ ਇੱਕ ਯਤਨ ਕੀਤਾ ਹੈ, ਅਤੇ ਜਿਸ ਦੇ ਅੰਦਰ ਜੋ ਸਮੇਂ ਦਾ ਆਪਣੇ ਆਪ ਨੂੰ ਧਾਰਮਿਕ ਮੁਖੀ ਕਹਾਉਣ ਵਾਲਾ ਸੀ, ਜਿਹੜਾ ਇਹ ਸਮਝ ਕੇ ਬੈਠਾ ਸੀ ਕਿ ਰੱਬ ਦੇ ਬਾਰੇ ਦੇ ਵਿੱਚ ਸਿਰਫ ਤੇ ਸਿਰਫ ਪ੍ਰਮਾਤਮਾ ਦੇ ਬਾਰੇ ਚ ਮੈਨੂੰ ਹੀ ਗਿਆਨ ਹੈ ਅਤੇ ਮੈਂ ਉੱਚੀ ਜ਼ਾਤ ਦਾ ਹਾਂ, ਮੇਰੇ ਕੋਲ ਧਾਰਮਿਕ ਚਿੰਨ੍ਹ ਨੇ, ਬਾਕੀ ਕਿਸੇ ਨੂੰ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਕੋਈ ਹੱਕ ਨਹੀਂ, ਬਾਕੀ ਸਾਰੇ ਸਾਡੇ ਤੋਂ ਛੋਟੇ ਨੇ, ਅਤੇ ਆਪਣੇ ਆਪ ਦੇ ਵਿੱਚ ਉਹ ਧਰਮ ਦਾ ਵੱਡਾ ਆਗੂ ਬਣ ਕੇ ਵਿਚਰ ਰਿਹਾ ਸੀ, ਲੋਕਾਈ ਨੂੰ ਆਪਣੇ ਨਾਲ ਲੈ ਕੇ ਚੱਲਣ ਦਾ ਯਤਨ ਕਰ ਰਿਹਾ ਸੀ। ਧਾਰਮਿਕ ਤੌਰ ਦੇ ਉੱਤੇ ਬਹੁਤ ਵੱਡਾ ਧੱਕਾ ਜੋ ਸੀ ਉਸ ਦੀ ਆਪਣੀ ਜ਼ਾਤ ਨੂੰ ਛੱਡ ਕੇ ਬਾਕੀ ਜ਼ਾਤਾਂ ਦੇ ਨਾਲ ਸੀ। ਭਗਤ ਕਬੀਰ ਜੀ ਨੇ ਅੱਜ ਦੇ ਇਸ ਸ਼ਬਦ ਦੇ ਅੰਦਰ ਜੋ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਲਿਆ ਪੁਰਸ਼ਾ, ਕੇਵਲ ਧਾਰਮਿਕ ਚਿੰਨ੍ਹਾਂ ਦੇ ਨਾਲ ਪ੍ਰਮਾਤਮਾ ਦੇ ਨਾਲ ਨਹੀਂ ਬਣ ਸਕਦੀ, ਜਾਂ ਕੇਵਲ ਧਾਰਮਿਕ ਚਿੰਨ੍ਹ ਪਾਉਣ ਦੇ ਨਾਲ ਕੋਈ ਵੱਡਾ ਨਹੀਂ ਹੋ ਸਕਦਾ, ਜਾਂ ਕੇਵਲ ਕਿਸੇ ਜ਼ਾਤ ਦੇ ਵਿੱਚ ਆ ਕੇ ਕੋਈ ਆਪਣੇ ਆਪ ਨੂੰ ਵੱਡਾ ਸਮਝ ਕੇ ਇਹ ਸਮਝ ਲਵੇ ਕਿ ਮੈਂ ਪ੍ਰਮਾਤਮਾ ਦੇ ਨੇੜੇ ਹਾਂ, ਮੇਰੇ ਤੋਂ ਬਿਨਾਂ ਹੋਰ ਕੋਈ ਪ੍ਰਮਾਤਮਾ ਦੇ ਨੇੜੇ ਨਹੀਂ ਹੋ ਸਕਦਾ। ਤਾਂ ਭਗਤ ਜੀ ਨੇ ਇੱਕ ਕਿਸਮ ਦੀ ਤੰਜ ਕੱਸਦੇ ਹੋਏ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਪ੍ਰਮਾਤਮਾ ਤੇਰੇ ਤੋਂ ਬਹੁਤ ਦੂਰ ਹੈ, ਬੇਸ਼ੱਕ ਤੇਰੇ ਕੋਲ ਧਾਰਮ ਦੇ ਚਿੰਨ੍ਹ ਨੇ, ਬੇਸ਼ੱਕ ਤੂੰ ਕਿਸੇ ਉੱਚੀ ਜ਼ਾਤ ਦਾ ਸਮਝਦਾ ਹੈ ਕਿ ਕਿਸੇ ਉੱਚੀ ਜ਼ਾਤ ਦੇ ਅੰਦਰ ਤੇਰਾ ਘਰ ਹੋਇਆ ਹੈ, ਤੇਰਾ ਜਨਮ ਹੈ, ਪਰ ਹਕੀਕਤ ਦੇ ਅੰਦਰ ਪ੍ਰਮਾਤਮਾ ਤੇਰੇ ਕੋਲ ਨਹੀਂ, ਤੂੰ ਪ੍ਰਮਾਤਮਾ ਤੋਂ ਦੂਰ ਹੈ। ਤੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਪ੍ਰੀਤ ਕੀਤੀ, ਪ੍ਰਮਾਤਮਾ ਦੇ ਨਾਲ ਪਿਆਰ ਕੀਤਾ, ਪ੍ਰਮਾਤਮਾ ਉਹਨਾਂ ਦੇ ਨਾਲ ਹੈ, ਪ੍ਰਮਾਤਮਾ ਉਹਨਾਂ ਦੇ ਕੋਲ ਹੈ, ਉਹ ਅੰਗ ਸੰਗ ਪ੍ਰਮਾਤਮਾ ਨੂੰ ਆਪਣੇ ਨਾਲ ਸਮਝਦੇ ਹਨ। ਸੋ ਉਸ ਵੇਲੇ ਜੋ ਬ੍ਰਾਹਮਣ ਸੀ, ਜਿਸ ਨੂੰ ਵਰਨ ਵੰਡ ਦੇ ਵਿੱਚ ਸਭ ਤੋਂ ਉੱਚਾ ਕਰਕੇ ਰੱਖਿਆ ਗਿਆ ਸੀ, ਬਾਕੀ ਸਾਰੀਆਂ ਜ਼ਾਤਾਂ ਨੂੰ ਉਹਦੇ ਅਧੀਨ ਰੱਖਿਆ ਗਿਆ ਸੀ, ਧਰਮ ਦੇ ਸਾਰੇ ਕਰਮ ਜੋ ਸਨ ਉਹਦੇ ਹਵਾਲੇ ਕਰ ਦਿੱਤੇ ਗਏ ਸਨ, ਅਤੇ ਇੱਕ ਕਿਸਮ ਦੇ ਨਾਲ ਉਹ ਸਾਰਿਆਂ ਦਾ ਵੱਡਾ ਆਗੂ ਬਣ ਕੇ ਵਿਚਰ ਰਿਹਾ ਸੀ। ਪਰ ਦੂਜੇ ਪਾਸੇ ਜੋ ਮਨੁੱਖਤਾ ਸੀ ਉਸ ਨੂੰ ਲੁੱਟਿਆ ਜਾ ਰਿਹਾ ਸੀ। ਕਿਸੇ ਦੂਜੇ ਨੂੰ ਧਰਮ ਦੇ ਕਰਮ ਕਰਨ ਦਾ ਹੱਕ ਕੋਈ ਨਹੀਂ ਸੀ। ਜਿਵੇਂ ਉਹ ਕਹਿ ਰਿਹਾ ਸੀ ਉਸੇ ਤਰੀਕੇ ਨਾਲ ਮਨੁੱਖਤਾ ਨੂੰ ਚੱਲਣਾ ਸੀ, ਬਾਕੀ ਲੋਕਾਂ ਨੇ ਚੱਲਣਾ ਸੀ, ਅਤੇ ਉਹਦੇ ਅਨੁਸਾਰ ਹੀ ਧਰਮ ਸੀ। ਤਾਂ ਭਗਤ ਕਬੀਰ ਜੀ ਨੇ ਉਸ ਨੂੰ ਇਸ ਸ਼ਬਦ ਦੇ ਅੰਦਰ ਸਮਝਾਉਣ ਦਾ ਯਤਨ ਕੀਤਾ ਕਿ ਕਿਤੇ ਤੂੰ ਭੁੱਲੇ ਹੋਏ ਰਾਹ ਦੇ ਉੱਤੇ ਤੁਰ ਰਿਹਾ ਹੈ, ਕਿਤੇ ਤੇਰੇ ਕੋਲ ਭੁਲੇਖਾ ਹੈ ਕਿ ਭਾਈ ਕਿਸੇ ਉੱਚੀ ਜ਼ਾਤ ਦੇ ਅੰਦਰ ਜਨਮ ਲੈਣ ਦੇ ਨਾਲ ਤੂੰ ਰੱਬ ਦੇ ਨੇੜੇ ਹੋ ਗਿਆ ਜਾਂ ਪ੍ਰਮਾਤਮਾ ਨੂੰ ਪਾ ਲਿਆ, ਕੋਈ ਧਾਰਮਿਕ ਚਿੰਨ੍ਹ ਰੱਖਣ ਦੇ ਨਾਲ ਤੂੰ ਪ੍ਰਮਾਤਮਾ ਦੇ ਨੇੜੇ ਹੋ ਗਿਆ ਜਾਂ ਪ੍ਰਮਾਤਮਾ ਨੂੰ ਪਾ ਲਿਆ, ਇਹ ਕੇਵਲ ਤੇ ਕੇਵਲ ਤੇਰਾ ਭੁਲੇਖਾ ਹੀ ਹੈ। ਸੋ ਸਤਿਗੁਰੂ ਜੀ ਦੀ ਬਾਣੀ ਦੇ ਅੰਦਰ ਇਸ ਸ਼ਬਦ ਦੇ ਰਾਹੀਂ ਭਗਤ ਜੀ ਗਿਆਨ ਬਖਸ਼ਿਸ਼ ਕਰ ਰਹੇ ਨੇ। ਰਹਾਉ ਦੀਆਂ ਪੰਕਤੀਆਂ ਨੇ, ਮੇਰੀ ਜੇਬਾ ਬਿਸ਼ਨ ਨੈਣ ਨਾਰਾਇਣ, ਹਿਰਦੈ ਬਸੇ ਗੋਬਿੰਦਾ, ਜਮ ਦੁਆਰ ਜਬ ਪੁੱਛਸ ਬਵਰੇ, ਤਬ ਕਿਆ ਕੈਸ ਮੁਕੰਦਾ। ਭਗਤ ਜੀ ਨੇ ਰਹਾਉ ਦੀ ਪੰਕਤੀ ਦੇ ਅੰਦਰ ਉਸ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਭਲਿਆ ਪੁਰਸ਼ਾ,
ਕੇਵਲ ਤੇ ਕੇਵਲ ਸਰੀਰ ਦੇ ਉੱਤੇ ਕਿਸੇ ਧਾਰਮਿਕ ਚਿੰਨ੍ਹ ਨੂੰ ਪਾਉਣ ਦੇ ਨਾਲ ਜਾਂ ਕਿਤੇ ਕਿਸੇ ਉੱਚੀ ਜ਼ਾਤ ਦੇ ਵਿੱਚ ਜਨਮ ਲੈਣ ਦੇ ਨਾਲ ਜੇ ਕਿਤੇ ਤੂੰ ਇਹ ਭੁਲੇਖਾ ਪਾ ਲਿਆ ਹੈ ਕਿ ਤੈਨੂੰ ਪ੍ਰਮਾਤਮਾ ਦੇ ਨਾਲ ਨੇੜਤਾ ਬਣ ਗਈ, ਤੂੰ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਗਿਆ, ਤਾਂ ਫੇਰ ਗੱਲ ਬਣਨ ਵਾਲੀ ਨਹੀਂ। ਗੁਰਮਤ ਦਾ ਸਿਧਾਂਤ ਹੈ, ਜੈ ਜੈ ਪੇਖੋ ਤੈ ਹਜੂਰ, ਦੂਰ ਕਤੋ ਨਾ ਜਾਏ, ਕਿ ਜਿੱਥੇ ਵੀ ਮੈਂ ਦੇਖ ਰਿਹਾ ਪ੍ਰਮਾਤਮਾ ਹਰ ਪਾਸੇ ਹੈ। ਗੁਰਮਤ ਦਾ ਸਿਧਾਂਤ ਹੈ ਕਿ ਆ ਮਨੁੱਖ ਤੇਰੀ ਰਸਨਾ ਦੇ ਉੱਤੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਹੋਵੇ, ਤੇਰੀ ਸੁਰਤੀ ਦੇ ਵਿੱਚ ਹਰ ਵੇਲੇ ਪ੍ਰਮਾਤਮਾ ਜੋ ਹੈ ਤੇਰੀ ਯਾਦਾਸ਼ਤ ਦਾ ਹਿੱਸਾ ਹੋ ਜਾਵੇ, ਸੁਰਤੀ ਦੇ ਵਿੱਚ ਖੁੱਭਿਆ ਹੋਵੇ, ਹਰ ਵੇਲੇ ਤੇਰੀ ਸੁਰਤੀ ਦੇ ਅੰਦਰ ਪ੍ਰਮਾਤਮਾ ਦੀ ਯਾਦ ਹੋਵੇ, ਤੇ ਫੇਰ ਹਰ ਸ਼ੈ ਦੇ ਅੰਦਰ ਤੈਨੂੰ ਜੋ ਵੀ ਤੂੰ ਦੇਖੇ ਉਹਦੇ ਅੰਦਰ ਪ੍ਰਮਾਤਮਾ ਹੀ ਦਿਸੇ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਵੀ ਇਹੋ ਗੱਲ ਸਮਝਾ ਰਹੇ ਨੇ ਕਿ ਭਾਈ ਸੰਸਾਰ ਦੇ ਅੰਦਰ ਜੇ ਕਿਤੇ ਪ੍ਰਮਾਤਮਾ ਦੇ ਨਾਲ ਸਾਂਝ ਪਈ ਨਹੀਂ, ਜੇ ਕਿਤੇ ਪ੍ਰਮਾਤਮਾ ਨੂੰ ਚੇਤੇ ਨਹੀਂ ਕੀਤਾ, ਉਹਦਾ ਸਿਮਰਨ ਨਹੀਂ ਕੀਤਾ, ਉਹਦੇ ਦੱਸੇ ਹੋਏ ਸਿਧਾਂਤਾਂ ਅਨੁਸਾਰ ਜੀਵਨ ਨੂੰ ਜੀਵਿਆ ਨਹੀਂ, ਤਾਂ ਫਿਰ ਇੱਕ ਦਿਨ ਤੈਨੂੰ ਸੰਸਾਰ ਦੇ ਵਿੱਚੋਂ ਜਾ ਕੇ ਲੇਖਾ ਦੇਣਾ ਪਵੇਗਾ। ਤੇ ਜਿਸ ਦਿਨ ਲੇਖਾ ਮੰਗਿਆ ਜਾਵੇਗਾ ਉਸ ਵੇਲੇ ਤੂੰ ਉਸ ਪ੍ਰਮਾਤਮਾ ਦੀ ਦਰਗਾਹ ਦੇ ਅੰਦਰ ਕੀ ਕਵੇਂਗਾ। ਤੇ ਭਗਤ ਜੀ ਨਾਲ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਬਖਸ਼ਿਸ਼ ਕਰਦੇ ਹਨ ਕਿ ਇਹ ਬ੍ਰਾਹਮਣ, ਤੂੰ ਤਾਂ ਆਪਣੇ ਤੌਰ ਦੇ ਉੱਤੇ ਮਹਿਸੂਸ ਕਰਦਾ ਹੈ ਕਿ ਤੂੰ ਪ੍ਰਮਾਤਮਾ ਦੇ ਨੇੜੇ ਹੈ, ਪ੍ਰਮਾਤਮਾ ਜੋ ਹੈ ਤੇਰੇ ਵਸ ਵਿੱਚ ਹੈ, ਤੇਰੇ ਤੋਂ ਵੱਡਾ ਕੋਈ ਧਰਮੀ ਨਹੀਂ। ਪਰ ਸੱਚ ਦੇ ਵਿੱਚ ਹੈ ਕਮਲੇ ਬ੍ਰਾਹਮਣ, ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਕਿ ਉਹ ਜੋ ਪ੍ਰਮਾਤਮਾ ਹੈ, ਜਿਹੜਾ ਬੇਦਾਗ ਹੈ, ਉਹ ਪ੍ਰਭੂ ਮੇਰੀ ਰਸਨਾ ਦੇ ਉੱਤੇ ਹੈ। ਮੇਰੀ ਰਸਨਾ ਦੇ ਉੱਤੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਹੈ, ਮੇਰੀਆਂ ਅੱਖਾਂ ਵਿੱਚ ਹਰ ਵੇਲੇ ਪ੍ਰਮਾਤਮਾ ਹੈ, ਤੇ ਮੇਰੇ ਇਸ ਹਿਰਦੇ ਦੇ ਅੰਦਰ ਵੀ ਹਰ ਵੇਲੇ ਪ੍ਰਮਾਤਮਾ ਵਸ ਰਿਹਾ। ਰਸਨਾ ਤੋਂ ਪ੍ਰਮਾਤਮਾ ਦਾ ਸਿਮਰਨ ਹੈ। ਅੱਖਾਂ ਨਾਲ ਮੈਂ ਜਿੱਧਰ ਦੇਖਦਾ ਮੈਨੂੰ ਪ੍ਰਮਾਤਮਾ ਹੀ ਦਿਸ ਰਿਹਾ ਹੈ, ਤੇ ਫਿਰ ਹਿਰਦੇ ਦੇ ਘਰ ਦੇ ਅੰਦਰ ਮੈਂ ਪ੍ਰਮਾਤਮਾ ਨੂੰ ਵਸਾਇਆ ਹੋਇਆ ਹੈ, ਹਰ ਵੇਲੇ ਪ੍ਰਮਾਤਮਾ ਮੇਰੇ ਨਾਲ ਹੈ। ਤੇ ਫਿਰ ਉਸ ਨੂੰ ਸਵਾਲ ਕਰਦੇ ਨੇ ਕਿ ਜਮ ਦੁਆਰ ਜਬ ਪੁੱਛਸ ਬਵਰੇ, ਤਬ ਕਿਆ ਕੈਸ ਮੁਕੰਦਾ। ਕਿਆ ਭੁੱਲੇ ਹੋਏ ਬ੍ਰਾਹਮਣ, ਜਦੋਂ ਜਮ ਦੁਆਰ, ਜਿਸ ਤੋਂ ਭਾਵ ਜਮਾਂ ਦੇ ਦਰ ਤੇ, ਕਿਉਂਕਿ ਕੁਝ ਪ੍ਰਚਲਿਤ ਫਲਸਫੇ ਸੰਸਾਰ ਦੇ ਅੰਦਰ ਸਨ ਕਿ ਕਿਸੇ ਧਰਮ ਦੁਆਰ ਤੇ, ਕਿਸੇ ਜਮ ਦੁਆਰ ਦੇ ਉੱਤੇ ਕੋਈ ਲੇਖਾ ਜੋ ਹੈ ਮੰਗਿਆ ਜਾਵੇਗਾ, ਪੁੱਛ ਕੀਤੀ ਜਾਵੇਗੀ। ਤੇ ਭਗਤ ਜੀ ਕਹਿੰਦੇ ਨੇ ਭਾਈ ਜਮ ਦੁਆਰ ਭਾਵ ਜਦੋਂ ਪ੍ਰਮਾਤਮਾ ਦੇ ਪ੍ਰਭੂ ਦੀ ਹਜ਼ੂਰੀ ਵਿੱਚ ਤੇਰੇ ਤੋਂ ਪੁੱਛਿਆ ਜਾਵੇਗਾ ਕਿ ਤੂੰ ਸੰਸਾਰ ਦੇ ਅੰਦਰ ਕੀਤਾ ਕੀ ਹੈ, ਤਬ ਕਿਆ ਕੈਸ ਮੁਕੰਦਾ, ਉਸ ਵੇਲੇ ਤੂੰ ਮੁਕੰਦ, ਮੁਕੰਦ ਤੋਂ ਭਾਵ ਮੁਕਤੀ ਦੇਣ ਵਾਲਾ ਉਹ ਪ੍ਰਭੂ ਪ੍ਰਮਾਤਮਾ, ਉਸ ਨੂੰ ਕੀ ਕਵੇਂਗਾ, ਕੀ ਜਵਾਬ ਦੇਵੇਂਗਾ ਕਿ ਮੈਂ ਸੰਸਾਰ ਦੇ ਅੰਦਰ ਕਰਦਾ ਕੀ ਰਿਹਾ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ, ਕਿਉਂਕਿ ਜੋ ਭਗਤ ਜਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਉਹ ਗੁਰੂ ਪਾਤਸ਼ਾਹਾਂ ਦੇ ਸਿਧਾਂਤ ਮੁਤਾਬਕ, ਉਹਨਾਂ ਦੇ ਫਲਸਫੇ ਦੇ ਮੁਤਾਬਕ, ਗੁਰੂ ਪਾਤਸ਼ਾਹ ਦੇ ਸਿਧਾਂਤ ਦੇ ਉੱਤੇ ਪੂਰੀ ਉਤਰੀ ਹੈ। ਜੋ ਸਵਾਲ ਇਸ ਰਹਾਉ ਦੀ ਪੰਕਤੀ ਦੇ ਅੰਦਰ ਭਗਤ ਜੀ ਕਰ ਰਹੇ ਨੇ, ਬਿਲਕੁਲ ਉਹੀਓ ਸਵਾਲ ਜੋ ਹੈ ਉਹ ਗੁਰਬਾਣੀ ਦੇ ਅੰਦਰ ਕਈ ਥਾਵਾਂ ਦੇ ਉੱਤੇ ਇਸੇ ਰੂਪ ਦੇ ਵਿੱਚ ਪੁੱਛਿਆ ਗਿਆ ਹੈ। ਜਦੋਂ ਅਸੀਂ ਭਗਤ ਜੀ ਦਾ ਹੀ ਸ਼ਬਦ ਪੜ੍ਹਦੇ ਹਾਂ, ਜਿਹਦੇ ਅੰਦਰ ਭਗਤ ਜੀ ਬਖਸ਼ਿਸ਼ ਕਰਦੇ ਨੇ, ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਏਗਾ। ਇਸ ਸ਼ਬਦ ਦੇ ਅੰਦਰ ਜਦੋਂ ਸਾਨੂੰ ਇੱਕ ਚੇਤਨਤਾ ਦਿੱਤੀ ਜਾ ਰਹੀ ਹੈ, ਸਮਝਾਇਆ ਜਾ ਰਿਹਾ ਹੈ ਕਿ ਪ੍ਰਮਾਤਮਾ ਦਾ ਸਿਮਰਨ ਕਰ, ਜ਼ਰੇ ਜ਼ਰੇ ਵਿੱਚ ਰਮੇ ਹੋਏ ਰਾਮ ਨੂੰ ਚੇਤੇ ਕਰ, ਜਿਹੜਾ ਜਲ ਥਲ ਮਈਲ ਰਿਹਾ ਭਰਪੂਰ, ਜਿਹੜਾ ਕਣ ਕਣ ਵਿੱਚ ਵਸ ਰਿਹਾ ਹੈ, ਉਸ ਨੂੰ ਚੇਤੇ ਕਰ। ਤਾਂ ਇਸ ਸ਼ਬਦ ਦੇ ਅੰਦਰ ਭਗਤ ਜੀ ਅੰਤਲੀਆਂ ਪੰਕਤੀਆਂ ਦੇ ਅੰਦਰ ਇਹੋ ਸਵਾਲ ਕਰਦੇ ਨੇ, ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ, ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਪਹਿਲਾਂ ਗੱਲ ਕੀਤੀ ਭਾਈ, ਤੂੰ ਲਾਲਚ ਵਿੱਚ ਫਸਿਆ, ਤੂੰ ਪ੍ਰਮਾਤਮਾ ਦਾ ਚਿਤ ਸਿਮਰਨ ਨਹੀਂ ਕਰ ਰਿਹਾ,
ਬੰਦਗੀ ਨਹੀਂ ਕਰ ਰਿਹਾ, ਧਨ ਜਵਾਨੀ ਦਾ ਤੈਨੂੰ ਮਾਣ ਹੈ, ਹੰਕਾਰ ਹੈ। ਤੇ ਅੰਤਲੀਆਂ ਪੰਕਤੀਆਂ ਦੇ ਅੰਦਰ ਭਗਤ ਜੀ ਨੇ ਉਹੀਓ ਗੱਲ ਕੀਤੀ ਕਿ ਜਦੋਂ ਧਰਮ ਰਾਜ ਤੇਰੇ ਤੋਂ ਲੇਖਾ ਮੰਗੇਗਾ, ਜਦੋਂ ਪ੍ਰਮਾਤਮਾ, ਧਰਮ ਦਾ ਰਾਜਾ ਪ੍ਰਮਾਤਮਾ ਹੀ ਹੈ, ਸਭ ਤੋਂ ਵੱਡਾ ਬਾਦਸ਼ਾਹ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਉਹ ਪ੍ਰਮਾਤਮਾ ਜਦੋਂ ਤੇਰੇ ਤੋਂ ਲੇਖਾ ਮੰਗੇਗਾ ਤਾਂ ਤੂੰ ਆਪਣਾ ਕੀ ਮੁਖ ਲੈ ਕੇ ਉੱਥੇ ਜਾਏਗਾ? ਭਾਵ ਤੇਰੇ ਪੱਲੇ ਕੀ ਹੋਵੇਗਾ? ਵਿਕਾਰ ਹੋਣਗੇ, ਬਦੀਆਂ ਹੋਣਗੀਆਂ, ਨੇਕੀਆਂ ਨਹੀਂ, ਧਰਮ ਨਹੀਂ, ਅਧਰਮ ਹੈ। ਤਾਂ ਉੱਥੇ ਜਾ ਕੇ ਦੱਸੇਗਾ ਕਿ ਮੈਂ ਸੰਸਾਰ ਦੇ ਅੰਦਰ ਕੀਤਾ ਕੀ ਹੈ। ਤੇ ਕਬੀਰ ਜੀ ਕਹਿੰਦੇ ਨੇ ਕਿ ਭਈ ਇਹ ਸੰਤ ਜਨੋ, ਇਹ ਭਗਤ ਜਨੋ, ਇਸ ਗੱਲ ਨੂੰ ਸੁਣੋ। ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਸਤ ਸੰਗਤ ਦੇ ਨਾਲ ਤੇਰਾ ਪਾਰ ਉਤਾਰਾ ਹੋ ਸਕਦਾ। ਫਿਰ ਸਤਿਗੁਰੂ ਜੀ ਦੀ ਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ, ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਭਾਰੀ, ਪੰਜ ਕਿਰਸਾਨਵਾ ਭਾਗ ਗਏ, ਲੈ ਬਾਂਧਿਓ ਜਿਉ ਦਰਬਾਰੀ। ਲੇਖੇ ਦੀ ਗੱਲ ਹੈ ਕਿ ਭਲਿਆ ਕਿਤੇ ਇਹ ਨਾ ਸੋਚੀ ਕਿ ਪ੍ਰਮਾਤਮਾ ਨਹੀਂ, ਤੇਰੇ ਤੋਂ ਲੇਖਾ ਨਹੀਂ ਹੋਵੇਗਾ, ਲੇਖਾ ਹੋਵੇਗਾ, ਪੁੱਛ ਹੋਵੇਗੀ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ ਭਗਤ ਜੀ ਕਿ ਜਦੋਂ ਪ੍ਰਮਾਤਮਾ ਨੇ ਲੇਖਾ ਮੰਗਣਾ ਹੈ ਤੇ ਜਦੋਂ ਫਿਰ ਬਹੁਤ ਵੱਡਾ ਬਕਾਇਆ ਨਿਕਲੇਗਾ, ਸਾਡੇ ਪਾਸੇ ਅਧਰਮ ਜ਼ਿਆਦਾ ਨਿਕਲੇਗਾ। ਤੇ ਭਗਤ ਜੀ ਕਹਿੰਦੇ ਨੇ ਫਿਰ ਇੱਕ ਗੱਲ ਚੇਤੇ ਰੱਖੀ, ਉਸ ਵੇਲੇ ਉਹ ਸਾਰੇ ਜਿਹੜੇ ਵਿਕਾਰ ਸਨ, ਜਿਨ੍ਹਾਂ ਦੇ ਆਖੇ ਲੱਗ ਕੇ ਜਿਨ੍ਹਾਂ ਨੇ ਠਗਿਆ ਹੈ, ਉਹ ਸਾਰੇ ਨੱਸ ਜਾਣਗੇ। ਲੇਖਾ ਕੇਵਲ ਇਸ ਆਤਮਾ ਨੇ, ਇਸ ਜੀ ਨੇ ਦੇਣਾ ਹੈ। ਤੇ ਭਗਤ ਜੀ ਸਮਝਾਉਣ ਦਾ ਯਤਨ ਕਰ ਰਹੇ ਨੇ, ਭਲਿਆ ਉਸ ਸਮੇਂ ਦੀ ਤਿਆਰੀ ਕਰ, ਸੰਸਾਰ 'ਚ ਆਇਆ ਹੈ। ਫਿਰ ਇਹ ਗੱਲ ਚੇਤੇ ਰੱਖੀ, ਚੰਗਿਆਈਆਂ ਬੁਰਿਆਈਆਂ ਵਾਚੈ, ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ। ਉੱਥੇ ਇੱਕੋ ਕਸਵੱਟੀ ਹੈ, ਚੰਗਿਆਈਆਂ ਤੇ ਬੁਰਿਆਈਆਂ ਦੀ ਪਰਖ ਹੈ। ਭਾਈ ਕਿਸ ਨੇ ਸੰਸਾਰ ਦੇ ਅੰਦਰ ਰਹਿ ਕੇ ਗੁਰੂ ਸਿਧਾਂਤਾਂ ਅਨੁਸਾਰ, ਉਸ ਪ੍ਰਮਾਤਮਾ ਦੇ ਸਿਧਾਂਤਾਂ ਅਨੁਸਾਰ ਜੀਵਨ ਨੂੰ ਜੀਵਿਆ ਹੈ, ਧਰਮ ਕਮਾਇਆ ਹੈ। ਤੇ ਜਿਨ੍ਹਾਂ ਦੇ ਲੇਖੇ ਵਿੱਚ ਧਰਮ ਹੈ, ਉਹ ਜੀਵਨ ਦੀ ਬਾਜੀ ਜਿੱਤ ਗਏ ਨੇ। ਜਿਨ੍ਹਾਂ ਦੇ ਲੇਖੇ ਵਿੱਚ ਧਰਮ ਨਹੀਂ, ਉਹ ਜੀਵਨ ਦੀ ਬਾਜੀ ਹਾਰ ਗਏ ਨੇ। ਤੇ ਗੁਰਪੰਚਮ ਗੁਰਦੇਵ ਵੀ ਬਖਸ਼ਿਸ਼ ਕਰਦੇ ਨੇ, ਧਰਮ ਰਾਏ ਜਬ ਪਕਰਸ ਬਵਰੇ, ਤਬ ਕਿਆ ਜਵਾਬ ਕਰੇ। ਇਹ ਭਲਿਆ ਜਦੋਂ ਉੱਥੇ ਤੈਨੂੰ ਪੁੱਛਿਆ ਜਾਵੇਗਾ ਪ੍ਰਮਾਤਮਾ ਦੀ ਦਰਗਾਹ ਦੇ ਅੰਦਰ, ਪ੍ਰਭੂ ਦਰਗਾਹ ਦੇ ਅੰਦਰ, ਜਦੋਂ ਤੈਨੂੰ ਪਕੜਿਆ ਜਾਵੇਗਾ, ਪੁੱਛ ਕੀਤੀ ਜਾਵੇਗੀ, ਉਸ ਵੇਲੇ ਜਵਾਬ ਕੀ ਦੇਗਾ? ਇਸ ਕਰਕੇ ਭਲਿਆ ਪਹਿਲਾਂ ਤੋਂ ਤਿਆਰੀ ਕਰ। ਤੇ ਸਤਿਗੁਰੂ ਪਾਤਸ਼ਾਹ ਜੋ ਇਸ ਸ਼ਬਦ ਦੇ ਅੰਦਰ ਭਗਤ ਜੀ ਸਾਨੂੰ ਸਮਝਾ ਰਹੇ ਨੇ ਕਿ ਭਈ ਬ੍ਰਾਹਮਣ ਕਿਤੇ ਤੈਨੂੰ ਭੁਲੇਖਾ ਤੇ ਨਹੀਂ, ਕਿਤੇ ਤੂੰ ਅਹੰਕਾਰ ਦੇ ਅੰਦਰ ਤੇ ਨਹੀਂ ਕਿ ਤੂੰ ਉੱਚੀ ਜ਼ਾਤ ਦਾ ਹੈ, ਤੇਰੇ ਗਲ ਦੇ ਅੰਦਰ ਜਨੇਊ ਹੈ। ਤੇ ਭਗਤ ਜੀ ਦੇ ਇਸ ਸ਼ਬਦ ਦੇ ਅੰਦਰ ਭਗਤ ਜੀ ਸਮਝਾ ਰਹੇ ਨੇ, ਹਮ ਕਰ ਸੂਤ ਤਣੇ ਨਿਤ ਤਾਣਾ, ਕੰਠ ਜਨੇਊ ਤੁਮਾਰੇ, ਤੁਮ ਤੋ वेद पढ़ो गायत्री, गोविंद हृदय हमारे। भगत जी ने एक तंज जो है वो कीती है। भगत जी पूछ रहे ने, भाई तू ये समझ के बैठ गया है कि मेरे गल दे अंदर जनेऊ है, इस जनेऊ करके मैं पक्का धर्मी बन गया, मेरे वर्गा संसार के अंदर होर कोई नहीं। इहनूं बहुत वड्डी धर्म की रस्म समझिया जांदा सी, जनेऊ नूं पाना। ते फिर जनेऊ जिहदे कोल है उसनूं बहुत वड्डा धर्मी समझिया जांदा सी, उस धर्म का जो असीं कह सकते हैं रहबर समझिया जांदा सी। उहदे कोल एक पूर्ण तौर दे उत्ते हक सी, जो कवेगा धर्म की दुनिया के अंदर मनिया जाएगा। ते भगत जी जो ने उसनूं तंज करके पुछदे ने कि भलिया जिसनूं तू धर्म समझ के बैठा है, जिहदे कारण तू ये समझदा तेरे वर्गा धर्मी और कोई नहीं, जिहदे कारण तू ये समझदा तू सब तो ज्यादा परमात्मा दे नेड़े है, जिस करके तू ये समझदा मैं ब्राह्मण हाँ, मेरी जात उच्ची है, मेरे तो ज्यादा परमात्मा दे बारे दे विच कोई जानन वाला नहीं, जिसनूं गल च पा के तू दूजियां तो परमात्मा दी बंदगी दा हक खो रहा है, जिन्हां दे कारण, जिस जनेऊ दे कारण तू बाकी जो ने उन्हां नूं दे नाल धक्का धर्म दी दुनिया च कर रहा है। भगत जी कहते बस इन्नी को गल है कि तेरे गल दे विच जनेऊ है। ते भगत जी कहते ने भाई जिस जनेऊ नूं, उस धागे नूं दे कारण तू अपने आप नूं इतना ताकतवर समझदा है, साडे घर तां ढेर लगा होया उसदा। क्योंकि भगत जी जात दे जुलाह दसे जा रहे हैं,
ਜਿਨ੍ਹਾਂ ਨੂੰ ਕੱਪੜੇ ਬੁਣਨ ਵਾਲਾ ਮੰਨਿਆ ਜਾਂਦਾ ਹੈ, ਤੇ ਉਹਨਾਂ ਦੇ ਘਰ ਦੇ ਅੰਦਰ ਸੂਤ ਹੀ ਸੂਤ ਸੀ। ਉਸ ਸੂਤ ਦੇ ਨਾਲ ਦਿਨ ਰਾਤ ਜੋ ਬੁਣਾਈ ਦਾ ਕੰਮ ਹੋ ਰਿਹਾ, ਕਹਿੰਦੇ ਸਾਡੇ ਤਾਂ ਢੇਰ ਲਗਾ ਭਾਈ। ਜੇਕਰ ਇਸ ਧਾਗੇ ਦੇ ਨਾਲ ਤੂੰ ਆਪਣੇ ਆਪ ਨੂੰ ਇੰਨਾ ਧਰਮੀ ਮੰਨ ਲਿਆ, ਇਸ ਧਾਗੇ ਦੇ ਨਾਲ ਧਰਮ ਦੀ ਦੁਨੀਆ ਵਿੱਚ ਤੂੰ ਆਪਣੇ ਆਪ ਨੂੰ ਵੱਡਾ ਸਮਝ ਰਿਹਾ ਹੈ, ਬਾਕੀ ਦੂਜਿਆਂ ਦਾ ਹੱਕ ਖੋ ਰਿਹਾ ਹੈ। ਜਿਸ ਧਾਗੇ ਦੇ ਗਲ ਪੈਣ ਦੇ ਨਾਲ ਤੂੰ ਇਹ ਸਮਝਦਾ ਤੇਰੇ ਤੋਂ ਵੱਧ ਕੇ ਕੋਈ ਪ੍ਰਮਾਤਮਾ ਨੂੰ ਪਹਿਚਾਨਣ ਵਾਲਾ ਨਹੀਂ, ਤੇਰੇ ਤੋਂ ਵੱਧ ਕੇ ਕੋਈ ਨੇੜੇ ਨਹੀਂ ਹੋ ਸਕਦਾ। ਤੇ ਭਗਤ ਜੀ ਕਹਿੰਦੇ ਉਹ ਤਾਂ ਮੇਰੇ ਘਰ ਢੇਰ ਲਗਾ ਹੋਇਆ। ਅਸੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ ਤਾਂ ਫੇਰ ਹੋਇਆ ਕਿ ਸਤਿਗੁਰੂ ਪਾਤਸ਼ਾਹ ਦੀ 9 ਸਾਲ ਦੀ ਉਮਰ ਦੇ ਅੰਦਰ ਜਨੇਊ ਪਾਉਣ ਦੀ ਰਸਮ ਕੀਤੀ ਜਾ ਰਹੀ। ਪਿਤਾ ਜੀ ਕਹਿ ਰਹੇ ਨੇ ਭਈ ਜਨੇਊ ਪਾਉਣਾ ਹੈ। ਹੁਣ ਪੰਡਤ ਜੀ ਆ ਕੇ ਪਹੁੰਚ ਗਏ ਨੇ, ਸਾਰੀ ਬਰਾਦਰੀ ਭਾਈਚਾਰੇ ਨੂੰ ਬੁਲਾ ਲਿਆ ਹੈ। ਤੇ ਗੱਲ ਕੀ ਹੈ ਕਿ ਇਹਦੇ ਨਾਲ ਇਹ ਸਾਡੀ ਰਸਮ ਹੈ, ਇਹਦੇ ਨਾਲ ਬੰਦਾ ਧਰਮੀ ਹੈ, ਧਰਮ ਦੀ ਪਹਿਚਾਣ ਹੈ, ਇਹ ਵੱਡਾ ਹੋਣ ਦੀ ਨਿਸ਼ਾਨੀ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਸਵਾਲ ਕਰ ਲਿਆ ਸੀ। ਕਹਿਣ ਲੱਗੇ ਭਾਈ ਪਾਉਣ ਕਿਉਂ ਲੱਗੇ ਹੋ? ਕਹਿਣ ਲੱਗੇ ਜੀ ਕੁਲ ਦੀ ਰੀਤ ਹੈ। ਫਿਰ ਨਾਲ ਇਹ ਦੱਸ ਦਿੱਤਾ ਕਿ ਇਹ ਪਾਉਣ ਦੇ ਨਾਲ ਧਰਮੀ ਹੋ ਜਾਵੇਗਾ, ਇਹ ਪਾਉਣ ਦੇ ਨਾਲ ਤੂੰ ਧਰਮ ਦੀ ਦੁਨੀਆ ਦੇ ਅੰਦਰ ਪ੍ਰਵਾਨ ਹੋ ਜਾਵੇਗਾ, ਤੂੰ ਧਰਮ ਦੀ ਦੁਨੀਆ ਵਿੱਚ ਵੱਡਾ ਹੋ ਜਾਵੇਗਾ। ਤੇ ਗੁਰੂ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਨਹੀਂ, ਮੈਨੂੰ ਇਹ ਨਹੀਂ ਚਾਹੀਦਾ, ਮੈਨੂੰ ਸੱਚ ਕਰਕੇ ਧਰਮੀ ਬਣਨਾ ਹੈ, ਕੇਵਲ ਧਾਗੇ ਦੇ ਨਾਲ ਧਰਮੀ ਨਹੀਂ। ਕਿਉਂਕਿ ਉਹਨਾਂ ਨੇ ਗਲ ਪਾਏ ਹੋਏ ਸੂਤ ਪਾਏ ਹੋਏ ਨੂੰ ਦੇਖਿਆ ਸੀ ਕਿ ਸੂਤ ਪਾ ਕੇ ਉਹ ਕਰਮ ਕੀ ਕਰ ਰਹੇ ਸਨ। ਇਸੇ ਕਰਕੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਆਸਾ ਦੀ ਵਾਰ ਦੇ ਅੰਦਰ ਤੰਜ਼ ਕਸ ਕੇ ਇਹ ਗੱਲ ਕਹੀ ਸੀ ਕਿ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ, ਤਰਨ ਨਾ ਜਾਈ ਧੋਤੀ, ਟਿੱਕਾ ਤੈ ਜਪਮਾਲੀ, ਧਾਨ ਮਲੇਛਾਂ ਖਾਈ। ਉਸ ਬ੍ਰਾਹਮਣ ਨੂੰ ਸਮਝਾ ਰਹੇ ਸਨ ਕਿ ਭਾਈ ਧਰਮ ਦੀਆਂ ਨਿਸ਼ਾਨੀਆਂ ਰੱਖ ਕੇ ਇਹਨਾਂ ਦਾ ਰਹਿਬਰ ਬਣ ਕੇ ਤੂੰ ਜੋ ਸੰਸਾਰ ਦੇ ਅੰਦਰ ਜ਼ੁਲਮ ਕਰਨ ਵਾਲੇ ਨੇ ਉਹਨਾਂ ਦੇ ਨਾਲ ਬੈਠਾ ਹੋਇਆ, ਤੇਰੇ ਅੰਦਰ ਦਇਆ ਨਹੀਂ ਹੈ, ਤੇਰੇ ਅੰਦਰ ਧਰਮ ਨਹੀਂ ਹੈ, ਤੇਰੇ ਅੰਦਰ ਕਿਸੇ ਵਾਸਤੇ ਪਿਆਰ ਨਹੀਂ ਹੈ, ਤੇਰੇ ਅੰਦਰ ਜ਼ੁਲਮ ਦੇ ਜੋ ਭਾਂਬੜ ਨੇ, ਤੂੰ ਈਰਖਾ ਵਿੱਚ ਹੈ, ਦਵੈਤ ਵਿੱਚ ਹੈ, ਤੂੰ ਦੂਜਿਆਂ ਦਾ ਹੱਕ ਖੋ ਰਿਹਾ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਸੱਚ ਕਰਕੇ ਜਨੇਊ ਦੀ ਗੱਲ ਕੀਤੀ ਸੀ। ਦਇਆ ਕਪਾਹਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲਿਆ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਸਤਿਗੁਰੂ ਨੇ ਕਿਹਾ ਸੀ ਭਾਈ ਇਹ ਮੈਲਾ ਹੋਵੇਗਾ, ਇਹ ਟੁੱਟ ਜਾਵੇਗਾ। ਕਹਿ ਲਏ ਜੀ ਫੇਰ ਪਵਾ ਲਾਂਗੇ। ਸਤਿਗੁਰੂ ਕਹਿੰਦੇ ਨਹੀਂ ਭਾਈ ਇਹ ਜਨੇਊ ਨਹੀਂ ਚਾਹੀਦਾ। ਸਤਿਗੁਰੂ ਕਹਿੰਦੇ ਮੈਨੂੰ ਉਹ ਚਾਹੀਦਾ ਹੈ ਜਿਹਦੇ ਵਿੱਚ ਕਪਾਹ ਦਇਆ ਦੀ ਹੋਵੇ, ਸੂਤ ਸੰਤੋਖ ਦਾ ਹੋਵੇ, ਜੱਤ ਦੀਆਂ ਗੰਢਾਂ ਹੋਣ, ਸੱਤ ਦੇ ਵੱਟ ਹੋਣ। ਜੇ ਕਦੇ ਆ ਪੰਡਤ ਜੀ ਤੁਹਾਡੇ ਕੋਲ ਇਹ ਜਨੇਊ ਹੈ ਤਾਂ ਮੈਨੂੰ ਦਿਓ, ਮੈਂ ਇਹ ਪਾਵਾਂਗਾ। ਗਲ ਦੇ ਵਿੱਚ ਸੂਤ ਪਾ ਕੇ ਦਇਆ ਪੱਲੇ ਨਾ ਹੋਵੇ, ਸੰਤੋਖ ਨਾ ਹੋਵੇ, ਲਾਲਚੀ ਜੀਵਨ ਹੋਵੇ, ਜੇ ਕਿਤੇ ਉੱਚਾ ਆਚਰਨ ਨਾ ਹੋਵੇ, ਜੇ ਕਿਤੇ ਕਿਸੇ ਨੂੰ ਦੇਣ ਦੀ ਬਿਰਤੀ ਨਾ ਹੋਵੇ, ਪੱਲੇ ਸੱਚ ਨਾ ਹੋਵੇ, ਕਿਸੇ ਜ਼ਾਲਮ ਦੇ ਸਾਹਮਣੇ ਖੜਾਉਣ ਦੀ ਜ਼ਰੂਰਤ ਨਾ ਹੋਵੇ, ਤਾਂ ਫਿਰ ਇਸ ਜਨੇਊ ਦਾ ਫਾਇਦਾ ਕੀ? ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹੋ ਗੱਲ ਤਾਂ ਕਹੀ ਸੀ ਕਿ ਭਾਈ ਸੱਚ ਕਰਕੇ ਸਾਡੇ ਕੋਲ ਜੋ ਜਨੇਊ ਹੈ ਉਹ ਕਿਹੜਾ ਹੈ? ਨਾ ਇਹ ਮੰਨਿਆ ਪਤ ਉਪਜੈ, ਸਾ ਲਾਈ ਸੱਚ ਸੂਤ, ਦਰਗਹਿ ਅੰਦਰ ਪਾਈਐ, ਤਗ ਨਾ ਟੂਟਸ ਪੂਤ। ਕਿਆ ਕਮਾਲ ਦਾ ਜਨੇਊ ਸਤਿਗੁਰੂ ਪਾਤਸ਼ਾਹ ਜੀ ਨੇ ਸਮੇਂ ਦੇ ਉਸ ਪੰਡਤ ਜੀ ਨੂੰ ਸਮਝਾ ਦਿੱਤਾ ਕਿ ਭਾਈ ਜਿਹਦੇ ਅੰਦਰ ਦਰਗਾਹ ਦੇ ਅੰਦਰ ਸਾਨੂੰ ਪਤ ਮਿਲੇਗੀ, ਇੱਜ਼ਤ ਮਿਲੇਗੀ, ਜਿਹੜਾ ਤਗ, ਜਿਹੜਾ ਧਾਗਾ, ਜਿਹੜਾ ਜਨੇਊ ਟੁੱਟੇਗਾ ਨਹੀਂ, ਉਹ ਵਾਲਾ ਜਨੇਊ ਜਿਸ ਦੇ ਵਿੱਚ ਪ੍ਰਮਾਤਮਾ ਦੀ ਬੰਦਗੀ ਹੈ, ਸਿਫਤ ਸਲਾਹ ਹੈ, ਉਹ ਸੱਚ ਦਾ ਸੂਤ ਮੇਰੇ ਗਲ ਦੇ ਵਿੱਚ ਪਾਓਗੇ, ਮੈਂ ਪਾਉਣ ਨੂੰ ਤਿਆਰ ਹਾਂ। ਕੇਵਲ ਇਸ ਸੂਤ ਦੇ ਨਾਲ ਵੱਡਾ ਨਹੀਂ ਬਣਿਆ ਜਾ ਸਕਦਾ। ਹੰਕਾਰਿਆ ਹੋਇਆ ਬ੍ਰਾਹਮਣ ਜਿਹੜਾ ਦੂਜਿਆਂ ਨੂੰ ਧਰਮ ਦੇ ਅੰਦਰ ਸਮਝਦਾ ਹੀ ਕੁਝ ਨਹੀਂ ਸੀ ਕਿ ਕਿਸੇ ਨੂੰ ਹੱਕ ਹੀ ਨਹੀਂ ਕਿ ਮੇਰੇ ਤੋਂ ਬਿਨਾ ਕੋਈ ਦੂਜਾ ਜੋ ਹੈ ਉਹ ਧਰਮ ਦੇ ਕਰਮ ਕਰ ਸਕੇ ਜਾਂ ਪ੍ਰਮਾਤਮਾ ਦੀ ਬੰਦਗੀ ਕਰ ਸਕੇ। ਉਸ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਸਮਝਾਇਆ ਸੀ ਕਿ ਭਲਿਆ ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁਕ ਪਵੈ ਨਿਤ ਦਾੜੀ, ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜੇਵਾ, ਤਗ ਨਾ ਅੱਖੀ, ਵੇ ਤੱਗਾ ਆਪੇ ਵਤੈ, ਵਟ ਧਾਗੇ ਅਵਰਾਂ ਕਰਤੇ। ਕਹਿਣ ਲੱਗੇ ਭਾਈ ਧਾਗਾ ਜੋ ਹੈ ਇਹ ਜਨੇਊ ਤੂੰ ਆਪਣੀ ਇੰਦਰੀਆਂ ਨੂੰ ਨਹੀਂ ਪਾਇਆ, ਇਹ ਜਨੇਊ ਤੂੰ ਆਪਣੀਆਂ ਨਾੜੀਆਂ ਨੂੰ ਨਹੀਂ ਪਾਇਆ, ਵਿਕਾਰਾਂ ਦੇ ਵਿੱਚ ਖਚਤ ਹੈ ਤੇ ਆਉਣ ਵਾਲੇ ਕੱਲ ਦੇ ਵਿੱਚ ਰੱਬੀ ਦਰਗਾਹ 'ਚ ਤੈਨੂੰ ਬੇਇੱਜ਼ਤ ਹੋਣਾ ਪਵੇਗਾ। ਭਲਕੇ ਥੁੱਕ ਪਵੈ ਨਿਤ ਦਾੜੀ, ਭਾਵ ਤੈਨੂੰ ਬੇਇੱਜ਼ਤ ਹੋਣਾ ਪਵੇਗਾ।
ਫਿਰ ਤਗ ਨਾ ਪੈਰੀ ਤਗ ਨਾ ਹੱਥੀ, ਭੈੜੇ ਪਾਸਿਓਂ ਚੱਲਣਾ ਰੁਕਿਆ ਨਹੀਂ, ਹੱਥਾਂ ਦੇ ਨਾਲ ਭੈੜੇ ਕਰਮ ਕਰਨੇ ਰੁਕਿਆ ਨਹੀਂ। ਚਾਹੀਦਾ ਸੀ ਪੈਰਾਂ ਨੂੰ ਤਗ ਹੁੰਦਾ, ਹੱਥਾਂ ਨੂੰ ਤਗ ਹੁੰਦਾ, ਤੇ ਫਿਰ ਤਗ ਜਿਹੜਾ ਸੀ ਉਹ ਜੇਵਾਂ ਨੂੰ ਲੱਗਦਾ, ਜਿਨ੍ਹਾਂ ਦੇ ਨਾਲ ਖਰਵੇ ਬੋਲ ਬੋਲ ਰਹੇ ਆ, ਭੈੜੇ ਬੋਲ ਬੋਲ ਰਹੇ ਆ। ਤੇ ਸਾਧੂ ਕਹਿੰਦੇ ਭਾਈ ਤੇ ਤਗ ਜਿਹੜਾ ਸੀ ਅੱਖਾਂ ਨੂੰ ਚਾਹੀਦਾ ਸੀ, ਜਿਹਦੇ ਨਾਲ ਪਰਾਇਆ ਧਨ ਤੇ ਪਰਾਇਆ ਧਨ ਦੇਖ ਰਿਹਾ ਹੈ, ਉਸ ਦੇ ਉੱਤੇ ਤੇ ਤੂੰ ਪਾਇਆ ਨਹੀਂ। ਆਪ ਤਾਂ ਸੱਚ ਕਰਕੇ ਜਿਹੜਾ ਸੱਚਾ ਜਣਿਓ ਸੀ ਉਸ ਤੋਂ ਬਿਨਾ ਹੈ, ਗੱਲ ਦੇ ਵਿੱਚ ਕੇਵਲ ਸੂਤ ਪਾਇਆ। ਕਹਿਣਗੇ ਵੇਤੱਗਾ ਆਪੇ ਵੱਤੈ ਵਟ ਧਾਗੇ ਅਵਰਾਂ ਕੱਤੈ। ਆਪ ਤਾਂ ਵੇਤੱਗਾ ਹੈ, ਦੂਜਿਆਂ ਨੂੰ ਧਾਗੇ ਜੋ ਨੇ ਉਹ ਬਣਾ ਬਣਾ ਕੇ ਵੱਟ ਵੱਟ ਕੇ ਦੇ ਰਹੇ ਹੈ ਕਿ ਲੋ ਭਾਈ ਤੁਹਾਨੂੰ ਜਨੇਊ ਪਾ ਰਿਹਾ, ਤੁਹਾਨੂੰ ਧਰਮੀ ਬਣਾ ਰਿਹਾ, ਮੈਂ ਤੁਹਾਡੇ ਵਿੱਚ ਧਰਮ ਦਾ ਧਰਮ ਤੋਂ ਦੇ ਵਿੱਚ ਸਭ ਤੋਂ ਸ੍ਰੇਸ਼ਟ ਹਾਂ। ਸਾਧੂ ਕਹਿੰਦੇ ਲੈ ਪਹਾੜ ਕਰੇ ਵਿਆ ਕੜ ਕਾਗਲ ਦੱਸੇਰਾ, ਕਿ ਜੋ ਹੈ ਪਹਾੜਾ ਲੈ ਕੇ ਗਰੀਬਾਂ ਦੀਆਂ ਬੱਚੀਆਂ ਦੇ ਤੂੰ ਸ਼ਾਦੀਆਂ ਕਰਵਾ ਰਹੇ ਹੈ, ਤੇ ਫਿਰ ਪੱਤਰੀ ਵਾਜ ਕੇ ਲੋਕਾਂ ਨੂੰ ਰਾਹ ਦੱਸ ਰਹੇ ਹੈ, ਆਪ ਕੁਰਾਏ ਪਿਆ ਹੈ। ਬਸ ਇਸ ਖਿਆਲ ਦੇ ਵਿੱਚ ਕਿ ਮੈਂ ਕਿਸੇ ਉੱਚੇ ਜ਼ਾਤ ਦੇ ਵਿੱਚ ਜਨਮਿਆ, ਮੇਰੇ ਗਲ ਦੇ ਅੰਦਰ ਜਨੇਊ ਹੈ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਭਈ ਸੁਣ ਵੇਖੋ ਲੋਕਾਂ ਇਹ ਵਡਾਨ ਮਨ ਅੰਦਾ ਨਾਉ ਸੁਜਾਨ, ਕਿ ਦੇਖੋ ਇਹ ਦੁਨੀਆ ਦੇ ਲੋਕੋ ਕਿਹੋ ਜਿਹਾ ਅਚਰਜ ਤਮਾਸ਼ਾ ਹੈ। ਜਿਹੜਾ ਮਨ ਕਰਕੇ ਅੰਧਾ ਹੈ ਉਹ ਦੁਨੀਆ ਦੇ ਵਿੱਚ ਸਿਆਣਾ ਦੱਸ ਰਿਹਾ, ਸਿਆਣਾ ਹੋ ਕੇ ਵਿਚਰ ਰਿਹਾ। ਬ੍ਰਾਹਮਣ ਤੂੰ ਬੜਾ ਹੰਕਾਰਿਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜਿਵੇਂ ਕਬੀਰ ਜੀ ਉਹਨੂੰ ਸਮਝਾ ਰਹੇ ਨੇ, ਸਤਿਗੁਰਾਂ ਨੇ ਵੀ ਉਹ ਗੱਲ ਕਹੀ ਸੀ ਕਿ ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖ ਠਗੀਆਂ ਪੈਨਾਮੀਆਂ, ਰਾਤ ਦਿਨਸ ਜੀ ਨਾਲ ਤੱਗ ਕਪਾਹੋਂ ਕੱਤੀਐ, ਬਾਹਮਣ ਵੱਟੇ ਆਏ ਕੋਏ ਬਕਰਾ ਰਿਨ ਖਾਇਆ, ਸਭ ਕੋ ਆਖੈ ਪਾਏ ਹੋਏ ਪੁਰਾਣਾ ਸੁਟੀਐ, ਭੀ ਫਿਰ ਪਾਈਐ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ। ਸਤਿਗੁਰੂ ਪਾਤਸ਼ਾਹ ਜੀ ਨੇ ਉਹ ਸਾਰਾ ਨਕਸ਼ਾ ਖਿੱਚਿਆ ਸੀ, ਭਾਈ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਕੱਠੇ ਕਰ ਰਹੇ ਹੋ, ਇਹ ਸੂਤ ਪਾ ਰਹੇ ਹੋ, ਫਿਰ ਇਹ ਕਹੀ ਜਾ ਰਹੇ ਹੋ ਕਿ ਭਾਈ ਲੋ ਜੀ ਜੋ ਹੈ ਅਸੀਂ ਜਨੇਊ ਪਾ ਦਿੱਤਾ ਹੈ, ਹੁਣ ਧਰਮ ਦੀ ਦੁਨੀਆ 'ਚ ਇਹ ਪ੍ਰਵਾਨ ਹੋ ਗਿਆ, ਹੁਣ ਵੱਡਾ ਹੋ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ, ਅਸਲ ਵਿੱਚ ਇਹ ਜਨੇਊ ਨਹੀਂ, ਇਹਦੇ ਨਾਲ ਧਰਮ ਦਾ ਕੋਈ ਲੈਣਾ ਦੇਣਾ ਨਹੀਂ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਇਹ ਗੱਲ ਸਮਝਾਈ ਸੀ ਕਿ ਭਾਈ ਮਨੁੱਖ ਤੂੰ ਹੰਕਾਰੀ ਹੋ ਗਿਆ ਹੈ। ਕਬੀਰ ਜੀ ਵੀ ਇਹ ਗੱਲ ਸਮਝਾ ਰਹੇ ਨੇ ਤੇ ਸਤਿਗੁਰੂ ਦੀ ਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਭਾਈ ਦੇਖ ਤੇਰੇ ਨਾਲੋਂ ਕੌਣ ਚੰਗਾ ਹੋ ਸਕਦਾ ਹੈ। ਜੇ ਕਿਤੇ ਤੇਰੇ ਗਲ ਦੇ ਅੰਦਰ ਜਨੇਊ ਪਿਆ ਹੈ, ਤੂੰ ਆਪਣੇ ਆਪ ਨੂੰ ਵੱਡਾ ਸਮਝ ਰਿਹਾ ਹੈ, ਧਰਮ ਦਾ ਰਖਵਾਲਾ ਸਮਝ ਰਿਹਾ ਹੈ, ਇਹ ਸਮਝ ਰਿਹਾ ਕਿ ਧਰਮ ਵਿੱਚ ਤੇਰੇ ਤੋਂ ਵੱਧ ਕੇ ਕੋਈ ਜਾਣਕਾਰੀ ਨਹੀਂ ਰੱਖਣ ਵਾਲਾ, ਇਹ ਸਮਝ ਰਿਹਾ ਹੈ ਕਿ ਤੇਰੇ ਤੋਂ ਵੱਧ ਕੇ ਕੋਈ ਪ੍ਰਭੂ ਪਰਮਾਤਮਾ ਦੀ ਨੇੜਤਾ ਨਹੀਂ ਹਾਸਲ ਕਰ ਸਕਦਾ। ਤੇ ਫਿਰ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਸਮਝਾਇਆ ਸੀ ਗੰਗਾ ਖਟ ਸ਼ਾਸਤਰ ਹੋਏ ਗਿਆਤਾ, ਪੂਰਕ ਕੁੰਭਕ ਰੇਚਕ ਕਰਮਾਤਾ, ਕਿ ਕੋਈ 6 ਸ਼ਾਸਤਰਾਂ ਦਾ ਗਿਆਤਾ ਹੋ ਜਾਵੇ। ਪ੍ਰਾਣ ਪੂਰਕ ਤੋਂ ਭਾਵ ਹੈ ਪ੍ਰਾਣ ਉਤਾਂ ਚਾੜਦੇ ਨੇ, ਕੁੰਭਕ ਤੋਂ ਭਾਵ ਰੋਕ ਲੈਣੇ, ਰੇਚਕ ਤੋਂ ਭਾਵ ਪ੍ਰਾਣ ਬਾਹਰ ਛੱਡਣੇ। ਕਹਿੰਦੇ ਨੇ ਪੂਰਕ ਕੁੰਭਕ ਰੇਚਕ ਕਰਮਾਤਾ, ਹਰ ਵੇਲੇ ਇਹੋ ਜਿਹੇ ਕਰਮ ਕਰਦਾ ਰਵੇ। ਤੇ ਫਿਰ ਅਗਲੀ ਗੱਲ ਇਹ ਕਰੇ ਕਿ ਸੰਸਾਰ ਦੇ ਅੰਦਰ ਗਿਆਨ ਧਿਆਨ ਤੀਰਥ ਇਸ਼ਨਾਨੀ, ਸੋਮ ਪਾਕ ਅਪਰ ਸੁਧਿਆਨੀ, ਗਿਆਨ ਦਾ ਆਪਣੇ ਆਪ ਨੂੰ ਵੱਡਾ ਗਿਆਤਾ ਸਮਝਦਾ ਹੋਵੇ, ਵੱਡਾ ਧਿਆਨ ਆਪਣੇ ਆਪ ਨੂੰ ਧਿਆਨ ਲਾਉਣ ਵਾਲਾ ਸਮਝਦਾ ਹੋਵੇ, ਲਾਉਂਦਾ ਹੋਵੇ, ਤੇ ਤੀਰਥਾਂ ਦੇ ਉੱਤੇ ਇਸ਼ਨਾਨ ਕਰਦਾ ਹੋਵੇ। ਫਿਰ ਸੋਮ ਪਾਕ ਭਾਵ ਆਪ ਹੱਥੀ ਰੋਟੀ ਬਣਾ ਕੇ ਖਾਂਦਾ ਹੋਵੇ, ਕਿਸੇ ਦੀ ਨਾ ਖਾਂਦਾ ਹੋਵੇ। ਜੋ ਸਾਡੇ ਅੰਦਰ ਵੀ ਕਈ ਚੱਲੇ ਨੇ ਜਿਹੜੇ ਅੱਜ ਸਾਡੇ ਲੰਗਰਾਂ ਚੋਂ ਲੰਗਰ ਨਹੀਂ ਚੱਕਦੇ, ਤੇ ਕਹਿੰਦੇ ਅਸੀਂ ਆਪਣੇ ਹੀ ਹੱਥੀ ਤਿਆਰ ਕਰ ਰਹੇ ਹਾਂ, ਆਪਣੇ ਚੇਲਿਆਂ ਤੋਂ ਤਿਆਰ ਕਰਵਾ ਰਹੇ ਹਾਂ, ਆਪਣੇ ਹੀ ਜਥੇ ਦੇ ਵਾਲਿਆਂ ਤੋਂ ਕੋਲੋਂ ਛਕ ਸਕਦੇ ਹਾਂ। ਤੇ ਭਗਤ ਜੀ ਗੁਰੂ ਪਾਤਸ਼ਾਹ ਕਹਿੰਦੇ ਨੇ ਸੋਮ ਪਾਕ ਅਪਰ ਸੁਧਿਆਨੀ, ਅਪਰਸਤ ਹੋ ਗਿਆ ਜਿਹੜਾ ਕਿਸੇ ਨੂੰ ਛੂਏ ਹੀ ਨਾ, ਕਿ ਕਿਤੇ ਮੈਂ ਭਿੱਟਾ ਨਾ ਹੋ ਜਾਵਾਂ। ਪੰਚਮ ਗੁਰਦੇਵ ਬਖਸ਼ਿਸ਼ ਕਰਦੇ ਨੇ ਰਾਮ ਨਾਮ ਸੰਗ ਮਨ ਨਹੀਂ ਏਤਾ, ਕਹਿੰਦੇ ਸਾਰੇ ਕਰਮ ਕਰਨ ਵਾਲਾ ਜੇ ਕਿਤੇ ਪਰਮਾਤਮਾ ਦਾ ਸਿਮਰਨ ਬੰਦਗੀ ਨਹੀਂ ਕਰਦਾ, ਪਰਮਾਤਮਾ ਦੇ ਨਾਲ ਉਹਦਾ ਸੱਚ ਕਰਕੇ ਪਿਆਰ ਨਹੀਂ, ਜੋ ਕਿਛ ਕੀਨੋ ਸੋ ਅਨੇਤਾ, ਕਹਿੰਦੇ ਜੋ ਕਰ ਰਿਹਾ ਬੇਕਾਰ ਹੈ। ਤੇ ਫਿਰ ਉਹਾਂ ਤੇ ਉੱਤਮ ਗਨੋ ਚੰਡਾਲਾ, ਸਤਿਗੁਰੂ ਜਿਨ੍ਹਾਂ ਨੂੰ ਦੁਨੀਆ ਲੋਕ ਨੀਚ ਕਹਿ ਰਹੇ ਨੇ, ਬ੍ਰਾਹਮਣ ਤੇਰੇ ਵਰਗੇ ਜਿਨ੍ਹਾਂ ਦੇ ਨੇੜੇ ਨਹੀਂ ਜਾਂਦੇ, ਜਿਨ੍ਹਾਂ ਦੀ ਪਰਛਾਈ ਤੋਂ ਡਰਦੇ ਨੇ, ਜਿਨ੍ਹਾਂ ਨੂੰ ਜੋ ਹੈ ਛੂੰਹਦੇ ਨਹੀਂ, ਨਾਲ ਜੋ ਹੈ ਢਕਣ ਨਹੀਂ ਦਿੰਦੇ। ਮੈਂ ਤਾਂ ਇਹ ਕਹਿੰਦਾ ਸਤਿਗੁਰੂ ਕਹਿੰਦੇ ਉਹਾਂ ਤੇ ਉੱਤਮ ਗਨੋ ਚੰਡਾਲਾ, ਤੁਹਾਡੇ ਉਹਨਾਂ ਵਰਗਿਆਂ ਤੋਂ ਉਹ ਚੰਡਾਲ ਉਹ ਬਹੁਤ ਉੱਤਮ ਹੈ। ਨਾਨਕ ਜੇ ਮਨ ਬਸੇ ਗੋਪਾਲਾ, ਭਾਈ ਜਿਨ੍ਹਾਂ ਦੇ ਮਨ ਦੇ ਅੰਦਰ ਉਹ ਪ੍ਰਭੂ ਪਰਮਾਤਮਾ ਗੋਪਾਲ
ਧਰਤੀ ਦੇ ਕੁੱਲ ਜੀਵਾਂ ਦਾ ਪਾਲਣਹਾਰ, ਕੁੱਲ ਕਾਇਨਾਤ ਦੇ ਜੀਵਾਂ ਦਾ ਪਾਲਣਹਾਰ, ਜਿਨ੍ਹਾਂ ਦੇ ਮਨ ਦੇ ਵਿੱਚ ਵਸਿਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਉਹਨਾਂ ਨੂੰ ਵਸਾ ਕੇ ਰੱਖਿਆ ਹੈ। ਸੋ ਭਗਤ ਜੀ ਇਸ ਸ਼ਬਦ ਦੇ ਅੰਦਰ ਇਹ ਗੱਲ ਸਮਝਾਉਣ ਦਾ ਯਤਨ ਕਰ ਰਹੇ ਨੇ, ਭਾਈ ਜੇ ਕਦੇ ਤੈਨੂੰ ਇਹ ਕਿਤੇ ਹੰਕਾਰ ਹੈ ਕਿ ਤੇਰੇ ਗਲ ਦੇ ਵਿੱਚ ਜਨੇਊ ਹੈ, ਤਾਂ ਫਿਰ ਇਹ ਗੱਲ ਸਮਝੀ ਕਿ ਸਾਡੇ ਘਰਾਂ ਦੇ ਅੰਦਰ ਵੀ ਢੇਰ ਲਗਾ ਹੈ। ਜੇ ਕਿਤੇ ਤੈਨੂੰ ਕਿਸੇ ਆਪਣੀ ਜ਼ਾਤ ਦਾ ਹੰਕਾਰ ਹੈ, ਤੇ ਭਗਤ ਜੀ ਕਹਿੰਦੇ ਨੇ ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦੇ ਤੇ ਸਭ ਉਤਪਾਤੀ, ਕੋਰੇ ਪੰਡਤ ਬਾਮਨ ਕਬ ਕੇ ਹੋਏ, ਬਾਮਨ ਕਹਿ ਜਨਮ ਮਤ ਖੋਏ। ਕਹਿੰਦੇ ਨੇ ਕਿਤੇ ਆਪਣੇ ਇਸ ਜੀਵਨ ਨੂੰ ਕਿਸ ਭਰੋਸੇ ਦੇ ਅੰਦਰ ਮੈਂ ਬ੍ਰਾਹਮਣ ਹਾਂ, ਮੈਂ ਵੱਡਾ ਹਾਂ, ਆਪਣਾ ਜਨਮ ਜੋ ਹੈ ਉਹਨੂੰ ਵਿਅਰਥ ਨਾ ਕਰ ਦੇਵੀਂ। ਜੋ ਤੂੰ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਇ ਨਹੀਂ ਆਇਆ। ਦੇਖੋ ਕਿਆ ਕਮਾਲ ਦੀ ਤੰਜ਼ ਹੈ। ਕਹਿੰਦੇ ਮੰਨ ਲਿਆ ਕਿ ਤੂੰ ਬ੍ਰਾਹਮਣ ਹੈ, ਤੂੰ ਵੱਡਾ ਹੈ, ਕਿਸੇ ਬ੍ਰਾਹਮਣੀ ਦੇ ਉਦਰ ਦੇ ਵਿੱਚੋਂ ਤੂੰ ਜਨਮ ਲਿਆ ਹੈ, ਤੇਰੀ ਕੁੱਲ ਉੱਚੀ ਹੈ, ਤੋ ਆਨ ਬਾਟ ਕਾਇ ਨਹੀਂ ਆਇਆ। ਤੇ ਫਿਰ ਤੂੰ ਕਿਸੇ ਹੋਰ ਰਸਤੇ ਦੇ ਰਾਹੀਂ ਕਿਉਂ ਨਹੀਂ ਆਇਆ? ਜਿਸ ਰਸਤੇ ਸੰਸਾਰ ਦੇ ਵਿੱਚ ਅਸੀਂ ਆਏ ਹਾਂ, ਉਹੀਓ ਰਸਤਾ, ਉਹੀਓ ਤਰੀਕਾ ਤੂੰ ਕਿਉਂ ਅਪਣਾਇਆ ਭਾਈ? ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਤੁਮ ਕਤ ਲਹੂ ਹਮ ਕਤ ਦੂਧ। ਕਹਿਣ ਲੱਗੇ ਤੂੰ ਕਿਹੜਾ ਬ੍ਰਾਹਮਣ ਹੋ ਗਿਆ, ਅਸੀਂ ਕਿਹੜੇ ਸ਼ੂਦਰ? ਤੇਰੇ ਰਗਾਂ ਦੇ ਅੰਦਰ ਕਿਤੇ ਜੋ ਹੈ ਤੁਮ ਕਤ ਲਹੂ, ਤੇਰੇ ਰਗਾਂ ਦੇ ਅੰਦਰ ਕਿੱਥੇ ਖੂਨ ਦੌੜ ਰਿਹਾ ਹੈ, ਤੇ ਫਿਰ ਸਾਡੇ ਅੰਦਰ ਕਿਹੜਾ ਦੁੱਧ ਦੌੜ ਰਿਹਾ? ਸਾਡੇ ਅੰਦਰ ਵੀ ਤਾਂ ਉਹੀਓ ਖੂਨ ਹੈ। ਕੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕੀਅਤ ਹੈ ਹਮਾਰਾ। ਕਬੀਰ ਜੀ ਕਹਿੰਦੇ ਨੇ ਭਾਈ ਸੱਚ ਕਰਕੇ ਜਿਹੜੇ ਬ੍ਰਹਮ ਦੀ ਵਿਚਾਰ ਕਰਦੇ ਨੇ, ਉਸੇ ਨੂੰ ਸਾਡੇ ਵਿੱਚ ਅਸਲ ਕਰਕੇ ਬ੍ਰਾਹਮਣ ਮੰਨਿਆ ਜਾਂਦਾ, ਜਿਹਨੂੰ ਪਰਮਾਤਮਾ ਦਾ ਗਿਆਨ ਹੈ, ਜਿਹਨੂੰ ਬ੍ਰਹਮ ਦਾ ਗਿਆਨ ਹੈ, ਬ੍ਰਹਮ ਪਰਮਾਤਮਾ ਦੇ ਵਾਸਤੇ। ਤੇ ਭਗਤ ਜੀ ਕਹਿੰਦੇ ਅਸੀਂ ਤਾਂ ਉਸ ਨੂੰ ਹੀ ਸੱਚ ਕਰਕੇ ਭਗਤ ਜੋ ਹੈ ਮੰਨਦੇ ਹਾਂ, ਬ੍ਰਾਹਮਣ ਮੰਨਦੇ ਹਾਂ। ਸੋ ਭਗਤ ਜੀ ਇਸ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ, ਹਮ ਘਰ ਸੂਤ ਤਣੇ ਨਿਤ ਦਾਨਾ, ਕੰਠ ਜਨੇਊ ਤੁਮਾਰੇ। ਹਮ ਘਰ ਤੋਂ ਭਾਵ ਹੋ ਗਿਆ ਸਾਡੇ ਘਰ ਵਿੱਚ, ਸੂਤ ਹੋ ਗਿਆ ਧਾਗਾ, ਤਣੇ ਅਸੀਂ ਤਣਦੇ ਹਾਂ, ਤੇ ਫਿਰ ਕੰਠ ਤੋਂ ਭਾਵ ਗਲੇ ਵਿੱਚ, ਗਲ ਵਿੱਚ। ਭਗਤ ਜੀ ਕਹਿੰਦੇ ਨੇ ਹੇ ਚੱਲੇ ਬ੍ਰਾਹਮਣ, ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜ਼ਾਤ ਦਾ ਮਾਣ ਹੈ ਕਿ ਤੇਰੇ ਗਲ ਦੇ ਵਿੱਚ ਜਨੇਊ ਹੈ ਜੋ ਸਾਡੇ ਗਲ ਨਹੀਂ, ਤਾਂ ਵੇਖ ਉਹ ਜਿਹਾ ਹੀ ਸਾਡੇ ਘਰ ਵਿੱਚ ਬਥੇਰਾ ਸੂਤਰ ਸਾਡੇ ਘਰ ਵਿੱਚ ਪਿਆ ਹੋਇਆ, ਜਿਸ ਦੇ ਵਿੱਚ ਅਸੀਂ ਰੋਜ਼ ਜੋਣੇ ਉਹ ਤਾਣਾ ਤਣਦੇ ਹਾਂ। ਕਿੰਨਾ ਸੂਤਰ ਸਾਡੇ ਘਰ ਦੇ ਅੰਦਰ ਪਿਆ ਹੈ, ਤੇਰੇ ਗਲ ਦੇ ਅੰਦਰ ਤਾਂ ਕੇਵਲ ਇੱਕ ਧਾਗਾ ਹੈ, ਸਾਡੇ ਕੋਲ ਤਾਂ ਮਨਾਂ ਦੇ ਸਾਹ ਪਿਆ। ਕਹਿੰਦੇ ਜੇਕਰ ਇੱਕ ਧਾਗੇ ਦੇ ਨਾਲ ਤੂੰ ਇਤਨਾ ਹੰਕਾਰੀ ਹੋ ਗਿਆ ਹੈ, ਆਪਣੇ ਆਪ ਨੂੰ ਇੰਨਾ ਧਰਮੀ ਸਮਝ ਰਿਹਾ ਹੈ, ਤੇ ਇਸ ਜਿਕ ਦੇ ਧਾਗੇ ਦੇ ਨਾਲ ਆਪਣੇ ਆਪ ਨੂੰ ਉੱਤਮ ਸਮਝ ਰਿਹਾ ਹੈ, ਸਾਨੂੰ ਨੀਚ ਕਹਿ ਰਿਹਾ ਹੈ, ਤਾਂ ਸਾਡੇ ਘਰ ਦਾ ਮਨਾਂ ਦੇ ਸਾਪਿਆ ਹੈ। ਤੁਮ ਤੋ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੈ ਹਮਾਰਾ। ਭਗਤ ਜੀ ਕਹਿੰਦੇ ਭਾਈ ਭਲਿਆ ਇੱਕ ਗੱਲ ਸੁਣ, ਤੋਂ ਪਾਵੇ ਤਾਂ ਫਿਰ ਵੇਦ ਪੜੋ ਗਾਇਤਰੀ, ਭਾਈ ਜੀਭ ਦੇ ਨਾਲ ਉਚਾਰਦੇ ਹੋ, ਪੜ੍ਹਦੇ ਹੋ, ਕੇਵਲ ਪੜੋ ਤੋਂ ਭਾਵ ਹੋ ਗਿਆ ਪੜ੍ਹਦੇ ਹੋ, ਵੇਦ ਪਾਠ ਪੜ੍ਹਦੇ ਹੋ, ਗਾਇਤਰੀ ਦੇ ਮੰਤਰ ਪੜ੍ਹਦੇ ਹੋ, ਤੇ ਹਿਰਦਾ ਤੋਂ ਭਾਵ ਹੋ ਗਿਆ ਹਿਰਦੇ ਵਿੱਚ, ਹਿਰਦੇ ਘਰ ਦੇ ਵਿੱਚ। ਭਗਤ ਜੀ ਕਹਿੰਦੇ ਭਾਈ ਤੂੰ ਵੇਦ ਆਦਿਕ ਪੜ੍ਹਨ ਦਾ ਮਾਣ ਵੀ ਕੂੜਾ ਹੀ ਲੈ ਕੇ ਬੈਠਾ, ਤੇਰੇ ਅੰਦਰ ਜਿਹੜਾ ਇਹ ਹੰਕਾਰ ਹੈ ਇਹ ਵੀ ਝੂਠਾ ਹੈ। ਤੁਸੀਂ ਵੇਦ ਤੇ ਗਾਇਤਰੀ ਮੰਤਰ ਨਿਰੇ ਜੀਭ ਦੇ ਨਾਲ ਹੀ ਉਚਾਰਦੇ ਹੋ, ਕੇਵਲ ਰਸਨਾ ਦੇ ਉੱਤੇ ਹੀ, ਸੱਚ ਕਰਕੇ ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਨੂੰ ਵਸਾਇਆ ਨਹੀਂ। ਤੇ ਕਹਿੰਦੇ ਪਰ ਪਰਮਾਤਮਾ ਮੇਰੇ ਹਿਰਦੇ ਵਿੱਚ ਵਸਦਾ, ਤੁਹਾਡਾ ਕੇਵਲ ਜ਼ਬਾਨ ਤੱਕ ਹੈ, ਮੇਰੇ ਹਿਰਦੇ ਦੇ ਅੰਦਰ ਹੈ, ਮੈਂ ਉਸ ਨੂੰ ਆਪਣੇ ਹਿਰਦੇ ਘਰ ਦੇ ਅੰਦਰ ਥਾਂ ਦਿੱਤੀ ਹੈ। ਤੁਮ ਤੋਂ ਵੇਦ ਪੜੋ ਗਾਇਤਰੀ, ਤੁਸੀਂ ਤੇ ਕੇਵਲ ਪੜਨ ਤੱਕ ਹੀ ਸੀਮਤ ਰਹੇ ਹੋ। ਬਾਣੀ ਚ ਅਸੀਂ ਪੜ੍ਹਦੇ ਆ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਜੰਗਮ ਸਾਧ, ਭਾਈ ਜਦ ਤੱਕ ਚਲੇ ਨਹੀਂ ਉਸ ਸਿਧਾਂਤ ਅਨੁਸਾਰ ਸੱਚ ਕਰਕੇ ਹਿਰਦੇ ਦੇ ਅੰਦਰ ਪ੍ਰਮਾਤਮਾ ਨੂੰ ਵਸਾਇਆ ਨਹੀਂ, ਪ੍ਰਭੂ ਪ੍ਰਮਾਤਮਾ ਦਾ ਪ੍ਰੇਮ ਨਹੀਂ, ਤਾਂ ਕੇਵਲ ਪੜਨ ਦੇ ਨਾਲ ਗੱਲ ਨਹੀਂ ਬਣ ਸਕਦੀ। ਤੇ ਸਤਿਗੁਰੂ ਪਾਤਸ਼ਾਹ ਇੱਕ ਗੱਲ ਸਮਝਾ ਰਹੇ ਨੇ, ਭਗਤ ਜੀ ਕਹਿ ਰਹੇ ਨੇ ਕਿ ਭਾਈ ਤੁਮ ਤੋਂ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੈ ਹਮਾਰਾ, ਕਿ ਤੇਰਾ ਵੇਦ ਆਦਿਕ ਪੜਨ ਦਾ ਮਾਨ ਵੀ ਕੂੜਾ ਹੈ, ਕਿਉਂਕਿ ਤੁਸੀਂ ਵੇਦ ਤੇ ਗਾਇਤਰੀ ਮੰਤਰ ਮੇਰੇ ਜੀਵ ਨਾਲ ਹੀ ਉਚਾਰਦੇ ਹੋ, ਪਰ ਪ੍ਰਮਾਤਮਾ ਮੇਰੇ ਹਿਰਦੇ ਵਿੱਚ ਵਸਦਾ ਹੈ। ਮੇਰੀ ਜੇਬਾ ਵਿਸ਼ਨ ਨੈਣ ਨਾਰਾਇਣ, ਹਿਰਦੈ ਬਸੇ ਗੋਬਿੰਦਾ। ਵਿਸ਼ਨ
ਨਾਰਾਇਣ ਤੇ ਗੋਬਿੰਦਾ ਇਹ ਪ੍ਰਮਾਤਮਾ ਦੇ ਨਾਮ ਵਜੋਂ ਵਰਤੇ ਗਏ ਨੇ, ਪ੍ਰਮਾਤਮਾ ਵਾਸਤੇ ਵਰਤੇ ਗਏ ਨੇ। ਵਿਸ਼ਨ ਤੋਂ ਭਾਵ ਬੇਦਾਗ, ਜਿਹਦੇ ਵਿੱਚ ਕੋਈ ਬੇਦਾਗ ਨਾ ਹੋ, ਜੋ ਦਾਗ ਕੋਈ ਨਾ ਹੋਵੇ। ਕਿਸੇ ਧਰਮ ਦੇ ਫਲਸਫੇ ਨੇ ਇਸ ਨੂੰ ਕਿਸੇ ਖਾਸ ਦੇਵਤੇ ਨਾਲ ਜੋੜਿਆ, ਪਰ ਵਿਸ਼ਨ ਤੋਂ ਭਾਵ ਹੈ ਬੇਦਾਗ। ਤੇ ਗੁਰੂ ਪਾਤਸ਼ਾਹ ਤੇ ਭਗਤਾਂ ਨੇ ਕੇਵਲ ਪ੍ਰਮਾਤਮਾ ਨੂੰ ਹੀ ਬੇਦਾਗ ਮੰਨਿਆ ਕਿ ਪ੍ਰਮਾਤਮਾ ਹੀ ਜੋ ਹੈ ਉਹ ਬੇਦਾਗ ਹੈ। ਤੇ ਫਿਰ ਆਪਣੇ ਆਪ ਤੋਂ ਉਤਪੰਨ ਹੋਇਆ, ਕੁਝ ਕਹਿੰਦੇ ਨੇ ਪਾਣੀ ਵਿੱਚ ਰਹਿਣ ਵਾਲਾ, ਤੇ ਜਿਸ ਨੂੰ ਨਾਰਾਇਣ ਕਹਿੰਦੇ ਨੇ, ਤੇ ਗੋਬਿੰਦ ਹੋ ਗਿਆ ਕੁੱਲ ਕਾਇਨਾਤ ਦਾ ਬਣਾਉਣ ਵਾਲਾ। ਜੋ ਸਾਨੂੰ ਦਿਸਿਆ, ਜੋ ਸਾਨੂੰ ਨਹੀਂ ਦਿਸਿਆ ਅੱਜ ਦਿਨ ਤੱਕ, ਜੋ ਅਸੀਂ ਕਾਇਨਾਤ ਦੇਖੀ ਅੱਖਾਂ ਦੇ ਨਾਲ, ਜਾਂ ਜਿੱਥੇ ਤੱਕ ਦੁਨੀਆ ਨੂੰ ਪਤਾ ਲਗਾ, ਜਾਂ ਜੋ ਅਦ੍ਰਿਸ਼ਟ ਹੈ, ਸਾਰੇ ਦਾ ਰਚਨਹਾਰ ਬਿੰਦਨ ਵਾਲਾ ਪ੍ਰਮਾਤਮਾ। ਤੇ ਭਗਤ ਜੀ ਕਹਿੰਦੇ ਨੇ, ਹੇ ਕਮਲੇ ਬ੍ਰਾਹਮਣ, ਪ੍ਰਭੂ ਜੀ ਮੇਰੀ ਜੀਭ, ਮੇਰੀਆਂ ਅੱਖਾਂ ਮੇਰੇ ਦਿਲ ਦੇ ਵਿੱਚ ਵਸਦੇ ਨੇ। ਹਰ ਵੇਲੇ ਮੇਰੀ ਰਸਨਾ ਦੇ ਉੱਤੇ ਪ੍ਰਮਾਤਮਾ ਦਾ ਨਾਮ ਹੈ। ਹਰ ਵੇਲੇ ਮੈਂ ਆਪਣੀਆਂ ਅੱਖਾਂ ਦੇ ਨਾਲ ਪ੍ਰਮਾਤਮਾ ਦੇਖਦਾ ਹਾਂ। ਪ੍ਰਮਾਤਮਾ ਅੱਖਾਂ ਦੇ ਨਾਲ ਦਿਸਦਾ ਕਿਵੇਂ ਹੈ? ਜੇ ਕਿਤੇ ਸਾਨੂੰ ਕੋਈ ਸੋਹਣਾ ਫੁੱਲ ਦਿਸ ਜਾਵੇ ਨਾ, ਤੇ ਪ੍ਰਮਾਤਮਾ ਚੇਤੇ ਆ ਜਾਵੇ, ਪ੍ਰਮਾਤਮਾ ਇਹ ਕਮਾਲ ਦਾ ਫੁੱਲ ਤੁਸੀਂ ਮੇਰੇ ਵਾਸਤੇ ਬਣਾਇਆ। ਜੇ ਕਿਤੇ ਬਹੁਤੀ ਧੁੱਪ ਦੇ ਵਿੱਚ ਸਤਾਏ ਹੋਈਏ, ਠੰਡੀ ਕਿਸੇ ਰੁੱਖ ਦੀ ਛਾਂ ਮਾਣਨ ਦਾ ਮੌਕਾ ਮਿਲ ਜਾਵੇ, ਛਾਂ ਦਿਸ ਪਵੇ, ਤੇ ਫਿਰ ਪ੍ਰਮਾਤਮਾ ਦਿਸ ਪੈਂਦਾ। ਜੇ ਕਿਤੇ ਕੋਈ ਪਾਗਲ ਸੰਸਾਰ ਵਿੱਚ ਕਿਤੇ ਸਾਨੂੰ ਵਿਚਰਦਾ ਦਿਸੇ, ਤੇ ਸਾਨੂੰ ਰੱਬ ਚੇਤੇ ਆਣਾ ਚਾਹੀਦਾ, ਪ੍ਰਮਾਤਮਾ ਇਹ ਪਾਗਲ ਹੋਇਆ, ਤੁਸੀਂ ਸਾਨੂੰ ਸੁਰਤੀ ਦਿੱਤੀ ਹੈ, ਅਸੀਂ ਬਿਲਕੁਲ ਹੋਸ਼ੋ ਹਵਾਸ ਵਿਚਰ ਰਹੇ ਹਾਂ। ਜੇ ਕਿਤੇ ਕਿਸੇ ਦੀ ਇੱਕ ਅੱਖ ਨਾ ਹੋਵੇ, ਕਿਸੇ ਦੀ ਲੱਤ ਨਾ ਹੋਵੇ, ਤੇ ਅਸੀਂ ਸਾਨੂੰ ਉਹ ਦੇਖਦੇ ਹਾਂ ਪ੍ਰਮਾਤਮਾ ਚੇਤੇ ਆ ਜਾਵੇ ਕਿ ਆ ਪ੍ਰਮਾਤਮਾ ਇਹਦੇ ਕੋਲ ਲੱਤ ਨਹੀਂ, ਇਹਦੇ ਕੋਲ ਅੱਖ ਨਹੀਂ, ਤੁਸੀਂ ਮੈਨੂੰ ਲੱਤਾਂ ਦਿੱਤੀਆਂ ਨੇ, ਤੁਸੀਂ ਮੈਨੂੰ ਜੋ ਅੱਖਾਂ ਦਿੱਤੀਆਂ ਨੇ, ਤੁਹਾਡਾ ਸ਼ੁਕਰ ਹੈ। ਤੇ ਸਮਝੋ ਕਿ ਅੱਖਾਂ ਦੇ ਵਿੱਚ ਹਰ ਵੇਲੇ ਪ੍ਰਮਾਤਮਾ ਹੈ। ਤੇ ਭਗਤ ਜੀ ਕਹਿੰਦੇ ਨੇ, ਮੇਰੀ ਜੇਬਾ ਵਿਸ਼ਨ ਨੈਣ ਨਾਰਾਇਣ ਹਿਰਦੇ ਬਸੇ ਗੋਬਿੰਦਾ। हे ਕਮਲੇ ਬ੍ਰਾਹਮਣ, ਪ੍ਰਭੂ ਜੀ ਮੇਰੀ ਤਾਂ ਜੀਵ ਦੇ ਉੱਤੇ ਮੇਰੀਆਂ ਅੱਖਾਂ ਮੇਰੇ ਦਿਲ ਦੇ ਵਿੱਚ ਵਸਦੇ ਹਨ। ਹਰ ਪਾਸੇ ਮੈਨੂੰ ਪ੍ਰਮਾਤਮਾ ਹੀ ਪ੍ਰਮਾਤਮਾ ਦਿਸਦਾ ਹੈ, ਮੇਰੀ ਰਸਨਾ ਦੇ ਉੱਤੇ ਪ੍ਰਮਾਤਮਾ ਹੈ। ਜਮ ਦੁਆਰ ਜਬ ਪੁੱਛਸ ਬਵਰੇ, ਤਬ ਕਿਆ ਕੈਸ ਮੁਕੰਦਾ। ਤਬ ਤੋਂ ਭਾਵ ਕਿ ਜਦੋਂ ਤੇਰੇ ਤੋਂ ਪੁੱਛਿਆ ਜਾਵੇਗਾ, ਬਵਰੇ ਤੋਂ ਭਾਵ ਕਮਲੇ, ਤੇ ਮੁਕੰਦਾ ਤੋਂ ਭਾਵ ਮੁਕਤੀ ਦਾ ਦਾਤਾ, ਮੁਕਤ ਕਰਨ ਵਾਲਾ, ਬੰਧਨ ਜੋ ਹੈ ਉਹਨਾਂ ਨੂੰ ਤੋੜਨ ਵਾਲਾ, ਵਿਕਾਰਾਂ ਤੋਂ ਮੁਕਤ ਕਰਨ ਵਾਲਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਜਮਦਵਾਰ ਤੋਂ ਭਾਵ ਪਹਿਲਾਂ ਹੀ ਅਸੀਂ ਵਿਚਾਰ ਕਰ ਲਈ ਕਿ ਇੱਥੇ ਪ੍ਰਭੂ ਪਰਮਾਤਮਾ ਦੇ ਦਰ ਦੀ ਗੱਲ, ਹਜ਼ੂਰੀ ਦੀ ਗੱਲ ਹੋ ਰਹੀ ਹੈ। ਤੇ ਭਗਤ ਜੀ ਕਹਿੰਦੇ, ਪਰ ਤੈਨੂੰ ਜਦੋਂ ਧਰਮਰਾਜ ਦੀ ਹਜ਼ੂਰੀ ਵਿੱਚ ਪ੍ਰਭੂ ਵੱਲੋਂ, ਪਰਮਾਤਮਾ ਵੱਲੋਂ ਪੁੱਛ ਹੋਵੇਗੀ, ਤਾਂ ਤੂੰ ਉੱਤਰ ਕੀ ਦੇਵੇਂਗਾ ਉਸ ਦਰਗਾਹ ਦੇ ਅੰਦਰ ਕਿ ਮੈਂ ਸੰਸਾਰ ਦੇ ਵਿੱਚ ਸਾਰੀ ਜ਼ਿੰਦਗੀ ਕੀ ਕਰਦਾ ਰਿਹਾ ਹਾਂ। ਹਮ ਗੋਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ, ਕਬੂ ਨਾ ਪਾਰ ਉਤਾਰ ਚਰਾਇਓ, ਕੈਸੇ ਖਸਮ ਹਮਾਰੇ। ਭਗਤ ਜੀ ਨੇ ਫੇਰ ਤੰਜ਼ ਕੱਸੀ, ਫੇਰ ਉਹਨੂੰ ਪੁੱਛ ਰਹੇ ਨੇ ਕਿ ਭਲਿਆ ਗੋਰੂ ਤੋਂ ਭਾਵ ਹੁੰਦਾ ਗਾਈਆਂ, ਤੇ ਫੇਰ ਗੁਆਰ ਗੁਸਾਈ, ਜਿਹੜੇ ਗਵਾਲੇ ਗਾਈਆਂ ਦੀ ਰਖਵਾਲੀ ਕਰਨ ਵਾਲੇ, ਉਹਨਾਂ ਦੇ ਰਾਖੇ। ਤੇ ਫਿਰ ਜਨਮ ਜਨਮ ਤੋਂ ਭਾਵ ਕਈ ਜਨਮਾਂ ਤੋਂ ਰਖਵਾਲੇ ਰਾਖੀ ਕਰਨ ਵਾਲੇ। ਭਗਤ ਜੀ ਕਹਿੰਦੇ ਨੇ, ਭਾਈ ਇਹ ਬ੍ਰਾਹਮਣ, ਕਈ ਜਨਮਾਂ ਤੋਂ ਤੁਸੀਂ ਲੋਕੀ ਸਾਡੇ ਰਾਖੇ ਬਣੇ ਆ ਰਹੇ ਹੋ, ਅਸੀਂ ਤੁਹਾਡੀਆਂ ਗਾਈਆਂ ਹਾਂ। ਬਹੁਤ ਵੱਡੀ ਗੱਲ ਇਸ ਪੰਕਤੀ ਦੇ ਅੰਦਰ ਉਹਨਾਂ ਨੇ ਸਮਝਾਉਣ ਦਾ ਯਤਨ ਕੀਤਾ। ਉਹ ਰਖਵਾਲੇ ਕਿਵੇਂ ਬਣੇ ਸਨ ਕਿ ਬ੍ਰਾਹਮਣ ਆਪਣੇ ਆਪ ਨੂੰ ਧਰਮ ਦੀ ਦੁਨੀਆ ਵਿੱਚ ਸਭ ਤੋਂ ਉੱਤਮ ਮੰਨ ਰਿਹਾ ਸੀ। ਕਿਸੇ ਵੀ ਦੂਜੇ ਜ਼ਾਤ ਵਰਨ ਦੇ ਵਿਅਕਤੀ ਦਾ, ਭਾਵੇਂ ਉਹਦਾ ਜਨਮ ਹੈ, ਭਾਵੇਂ ਉਹਦੇ ਜੀਵਨ ਦੇ ਵਿੱਚ ਦੇ ਸੰਸਕਾਰ ਨੇ, ਵਿਆਹ ਸ਼ਾਦੀ ਹੈ, ਕੋਈ ਘਰ ਬਣਾਉਣਾ ਹੈ, ਕਿਸੇ ਦਾ ਕੋਈ ਹੋਰ ਕੋਈ ਵੀ ਕਰਮ ਹੈ, ਜਾਂ ਮੌਤ ਦੇ ਕਰਮ ਨੇ, ਉਹ ਸਾਰੇ ਦੇ ਸਾਰੇ ਬ੍ਰਾਹਮਣ ਦੇ ਹੱਥ ਵਿੱਚ ਸਨ, ਜਿਹਦੇ ਵਿੱਚ ਉਹਨੂੰ ਦਾਨ ਦਕਸ਼ਨਾ ਲੱਭਦੀ ਸੀ। ਉਹ ਕਹਿੰਦਾ ਸੀ, ਸਾਡੇ ਬਿਨਾਂ ਤੁਹਾਡੀ ਮੁਕਤੀ ਨਹੀਂ ਹੋ ਸਕਦੀ, ਸਾਡੇ ਬਿਨਾਂ ਤੁਸੀਂ ਜਨਮ ਤੋਂ ਬਾਅਦ ਪਵਿੱਤਰ ਨਹੀਂ ਹੋ ਸਕਦੇ, ਸਾਡੇ ਬਿਨਾਂ ਤੁਸੀਂ ਘਰ ਦੀ ਨੀਂਹ ਨਹੀਂ ਰੱਖ ਸਕਦੇ, ਸਾਡੇ ਪੁੱਛਣ ਹੋ ਗਿਆ ਤੁਸੀਂ ਘਰ ਜੋ ਹੈ ਉਹਨੂੰ ਤਿਆਰ ਕਰਕੇ ਉਹਦੇ ਅੰਦਰ ਜਾ ਨਹੀਂ ਸਕਦੇ, ਸਾਡੀ ਪੁੱਛ ਤੋਂ ਬਿਨਾਂ ਕਿਹੜੇ ਪਾਸੇ ਦਰਵਾਜ਼ਾ ਰੱਖਣਾ, ਕਿਹੜੇ ਪਾਸੇ ਖਿੜਕੀ ਰੱਖਣੀ, ਸਿਰ ਕਿਹੜੇ ਪਾਸੇ ਹੋਵੇਗਾ, ਪੈਰ ਕਿਹੜੇ ਪਾਸੇ ਕਰਕੇ ਤੁਸੀਂ ਸੌਣੇ ਨੇ, ਇਹ ਸਾਰਾ ਅਸੀਂ ਤੁਹਾਨੂੰ ਦੱਸਾਂਗੇ, ਕਿਉਂਕਿ ਅਸੀਂ ਤੁਹਾਡੇ ਗਾਰਡ ਹਾਂ, ਰਖਵਾਲੇ ਹਾਂ। ਜੇ ਕਿਤੇ ਤੁਸੀਂ ਸਾਡੀ ਗੱਲ ਤੋਂ ਬਾਹਰ ਜਾਓਗੇ, ਅਸੀਂ ਚੰਗੀ ਤਰ੍ਹਾਂ ਦੇਖਦੇ ਹਾਂ ਕਿਹੜੀ ਕਿਹੜੀ ਚੀਜ਼ ਤੁਹਾਡੇ ਪੱਖ ਦੀ ਹੈ, ਉਹ ਅਸੀਂ ਤੁਹਾਨੂੰ ਦੱਸਦੇ ਰਹਾਂਗੇ। ਇਹ ਚਿਰਾਂ ਤੋਂ, ਜਨਮ ਜਨਮਾਂਤਰਾਂ ਤੋਂ ਉਹ ਉਹਨਾਂ ਦੇ ਰਖਵਾਲੇ ਬਣੇ ਹੋਏ ਸਨ। ਤੇ ਹੁਣ ਭਗਤ ਜੀ ਗੱਲ ਇਹੋ ਕਹਿ ਰਹੇ ਨੇ ਕਿ ਕਈ ਜਨਮਾਂ ਤੋਂ ਤੁਸੀਂ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ, ਅਸੀਂ ਤੁਹਾਡੀਆਂ ਗਾਈਆਂ ਹਾਂ,
ਪਰ ਤੁਸੀਂ ਸਾਡੇ ਖਸਮ ਗਵਾਲੇ ਬਣੇ ਰਹੇ। ਤੇ ਫਿਰ ਗਾਂ ਤੇ ਮਾਲਕ ਦਾ ਰਿਸ਼ਤਾ ਕੀ ਹੈ? ਗਾਂ ਤੇ ਮਾਲਕ ਦਾ ਰਿਸ਼ਤਾ ਕੀ ਹੈ ਕਿ ਬਸ ਗਊ ਨੂੰ ਜਿੰਨਾ ਕੋ ਘਾਹ ਦਿੱਤਾ ਜਾ ਰਿਹਾ ਹੈ ਉਹ ਕੇਵਲ ਇਸ ਲਾਲਚ ਵਸ ਕਿ ਉਹਦੇ ਕੋਲੋਂ ਦੁੱਧ ਲੱਭਦਾ ਰਹੇਗਾ, ਉਹਦੇ ਕੋਲੋਂ ਬਛੜੀਆਂ ਤੇ ਬਛੜੇ ਲੱਭਣਗੇ, ਉਸ ਮਨੁੱਖ ਦੇ ਕੰਮ ਆਉਣਗੇ। ਬਾਕੀ ਕੋਈ ਆਸਾਨ ਨਹੀਂ ਕਰ ਰਿਹਾ ਉਸ ਗਊ ਦੇ ਉੱਤੇ। ਅਸੀਂ ਕਿੰਨੀਆਂ ਸੜਕਾਂ ਦੇ ਵਿੱਚ ਰੋਡਾਂ ਦੇ ਉੱਤੇ ਫਿਰਦੀਆਂ ਦੇਖਦੇ ਹਾਂ ਜਿਹੜੀਆਂ ਕੰਮ ਦੀਆਂ ਨਹੀਂ, ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ। ਕਹਿੰਦੇ ਭਾਈ ਸਾਨੂੰ ਵੀ ਤੁਸੀਂ ਉਹਨਾਂ ਗਊਆਂ ਦੀ ਤਰ੍ਹਾਂ ਹੀ ਵਰਤਦੇ ਰਹੇ ਤੇ ਤੁਸੀਂ ਸਾਡੇ ਰਖਵਾਲੇ ਬਣ ਕੇ ਦੁਨੀਆ ਦੇ ਵਿੱਚ ਸਾਨੂੰ ਜੋ ਹੈ ਇਹ ਭੁਲੇਖਾ ਪਾਉਂਦੇ ਰਹੇ ਕਿ ਤੁਸੀਂ ਸਾਡੇ ਰਖਵਾਲੇ ਹੋ। ਲੇਕਿਨ ਭਗਤ ਜੀ ਅਗਲੀ ਗੱਲ ਕਹਿੰਦੇ ਨੇ, ਕਬੂ ਨਾ ਪਾਰ ਉਤਾਰ ਚਰਾਇਓ ਕੈਸੇ ਖਸਮ ਹਮਾਰੇ। ਪਾਰ ਉਤਾਰ ਤੋਂ ਭਾਵ ਪਾਰ ਲੰਘਾ ਕੇ ਤੁਸੀਂ ਸਾਨੂੰ ਚਾਰਿਆ ਹੀ ਨਹੀਂ ਪਾਰਲੇ ਪਾਸ। ਇਸ ਪੰਕਤੀ ਨੂੰ ਜਦੋਂ ਮੈਂ ਪੜ੍ਹ ਰਿਹਾ ਸੀ ਮੈਨੂੰ ਖਿਆਲ ਮਨ ਦੇ ਅੰਦਰ ਆਇਆ, ਸਾਡੇ ਇਲਾਕਿਆਂ ਦੇ ਅੰਦਰ ਨਦੀਆਂ ਨਾਲੇ ਉਹਨਾਂ ਦੇ ਪਾਰਲਾ ਜੋ ਬੰਨਣਾ ਹੁੰਦਾ ਜਾਂ ਪਹਾੜਾਂ ਦੇ ਉੱਤੇ ਜਿਹੜੀ ਔਖੀ ਥਾਂ ਹੁੰਦੀ ਹੈ ਨਾ, ਉੱਥੇ ਘਾਹ ਬੜਾ ਵਧੀਆ ਹੁੰਦਾ, ਬੜਾ ਸਾਫ਼, ਬੜਾ ਉੱਚਾ, ਬੜਾ ਲੰਬਾ। ਤੇ ਫਿਰ ਆਮ ਕਰਕੇ ਜਿਹੜਾ ਸਿਆਣਾ ਮਾਲ ਡੰਗਰ ਚਾਰਨ ਵਾਲਾ ਹੁੰਦਾ ਨਾ, ਉਹ ਉਸ ਪਾਸਿਓਂ ਜਾ ਕੇ ਘਾਹ ਕੱਟ ਕੇ ਲਿਆਉਂਦਾ ਜਿੱਧਰ ਆਮ ਕਰਕੇ ਡੰਗਰ ਵੱਛੇ ਜਾਂਦੇ ਨਹੀਂ, ਆਮ ਕਰਕੇ ਲੰਘ ਆਣੇ, ਕਿ ਉਹ ਘਾਹ ਬੜਾ ਚੰਗਾ। ਢੋਕਾਂ ਹੁੰਦੀਆਂ ਨੇ ਪਹਾੜਾਂ ਦੇ ਉੱਚੀਆਂ ਥਾਵਾਂ ਦੇ ਉੱਤੇ, ਕਹਿੰਦੇ ਨੇ ਉਸ ਘਾਹ ਦੇ ਅੰਦਰ ਬਹੁਤ ਨਿਊਟ੍ਰੀਟਿਵ ਹੈ, ਬਹੁਤ ਜ਼ਿਆਦਾ। ਜਦੋਂ ਥੋੜਾ ਚਿਰ ਪਸ਼ੂ ਉਹਨਾਂ ਇਲਾਕਿਆਂ 'ਚ ਜਾਂਦੇ ਨੇ ਤੇ ਉਹ ਦੇਖਦੇ ਨੇ ਭਈ ਉੱਥੇ ਬਹੁਤ ਦੁੱਧ ਜੋ ਹੈ ਉਹਦੀ ਆਪਣੇ ਆਪ ਜੋ ਹੈ ਉਹ ਵੱਧ ਜਾਂਦਾ ਉਹਨਾਂ ਪਸ਼ੂਆਂ ਦਾ। ਤੇ ਭਗਤ ਜੀ ਮੇਰੇ ਖਿਆਲ ਦੇ ਵਿੱਚ ਜੋ ਸੱਚ ਕਰਕੇ ਉਹਨਾਂ ਨੂੰ ਕਹਿ ਰਹੇ ਨੇ, ਕਬੂ ਨਾ ਪਾਰ ਉਤਾਰ ਚਰਾਇਓ ਕੈਸੇ ਖਸਮ ਹਮਾਰੇ, ਕਿ ਭਾਈ ਦੁਨਿਆਵੀ ਗਊਆਂ ਨੂੰ ਚਾਰਨ ਵਾਲਾ ਉਸ ਪਾਸਿਓਂ ਜਾ ਕੇ ਪਾਰਲੇ ਪਾਸਿਓਂ ਜਾ ਕੇ ਚੰਗਾ ਚੰਗਾ ਘਾਹ ਉਹਨਾਂ ਨੂੰ ਦਿੰਦਾ ਕਿ ਭਾਈ ਇਹਨਾਂ ਦੀ ਸਿਹਤ ਚੰਗੀ ਰਵੇ। ਤੇ ਕਹਿੰਦੇ ਤੁਸੀਂ ਕਿਉਂ ਜਿਹੇ ਹੋ ਗਏ ਸਾਡੇ ਰਖਵਾਲੇ, ਕਬੂ ਨਾ ਪਾਰ ਉਤਾਰ ਚਰਾਇਓ, ਪਾਰਲੇ ਪਾਸੇ ਲੰਘਾ ਕੇ ਸਾਨੂੰ ਚਾਰਿਆ ਹੀ ਨਹੀਂ, ਤੁਸੀਂ ਸਾਨੂੰ ਆਤਮਾ ਦੀ ਖੁਰਾਕ ਹੀ ਨਹੀਂ ਦਿੱਤੀ। ਇੱਥੇ ਪਾਰ ਚੱਲਣ ਦੀ ਗੱਲ ਕਿ ਭਾਈ ਆਤਮਕ ਖੁਰਾਕ ਜੋ ਸੀ ਉਸ ਤੋਂ ਸਾਨੂੰ ਵਾਂਝੇ ਰੱਖਿਆ। ਤੁਸੀਂ ਹੁਣ ਤੱਕ ਨਕਾਰੇ ਹੀ ਸਾਬਤ ਹੋਏ ਹੋ। ਕੈਸੇ ਖਸਮ ਹਮਾਰੇ, ਕੈਸੇ ਤੋਂ ਬਾਅਦ ਨਕਾਰੇ। ਕਹਿੰਦੇ ਤੁਸੀਂ ਇਸ ਵਕਤ ਤੱਕ ਨਕਾਰੇ ਹੀ ਸਾਬਤ ਹੋਏ, ਤੁਸੀਂ ਕਦੀ ਵੀ ਸਾਨੂੰ ਨਦੀਆਂ ਪਾਰ ਲੰਘਾ ਕੇ ਨਹੀਂ ਚਾਰਿਆ। ਭਾਵ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮਤ, ਕੋਈ ਖੁਰਾਕ ਸਾਨੂੰ ਨਹੀਂ ਦਿੱਤੀ। ਪਾਰਲਾ ਪਾਸਾ ਜੋ ਹੈ ਉਹ ਸਾਨੂੰ ਦੱਸਿਆ ਹੀ ਨਹੀਂ ਕਿ ਸੰਸਾਰ ਵਿੱਚ ਆਉਣ ਦਾ ਮਨੋਰਥ ਕੀ ਹੈ, ਪਾਰ ਉਤਾਰਾ ਕਿਵੇਂ ਹੋਵੇਗਾ। ਤੁਸੀਂ ਤਾਂ ਬਸ ਇਹੋ ਗੱਲ ਸਮਝਾਉਂਦੇ ਰਹੇ ਕਿ ਧਰਮ ਦੀ ਦੁਨੀਆ 'ਚ ਤੁਸੀਂ ਹੀ ਵੱਡੇ ਹੋ। ਤੇ ਫਿਰ ਭਗਤ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਤੂੰ ਬਾਮਣ ਮੈਂ ਕਾਸਿਕ ਜੁਲਹਾ ਬੂਝੋ ਮੋਰ ਗਿਆਨਾ। ਕਾਸਿਕ ਤੋਂ ਭਾਵ ਹੋ ਗਿਆ ਕਾਸ਼ੀ ਦਾ, ਕਾਸ਼ੀ ਦਾ ਰਹਿਣ ਵਾਲਾ। ਜੁਲਾਹਾ, ਜੁਲਾਹਾ ਤੋਂ ਭਾਵ ਜੁਲਾਹਾ ਬੁਣਨ ਵਾਲਾ, ਤੇ ਮੋਰ ਤੋਂ ਭਾਵ ਮੇਰੀ, ਗਿਆਨਾਂ ਤੋਂ ਭਾਵ ਵਿਚਾਰ ਦੀ ਗੱਲ। ਹੁਣ ਭਗਤ ਜੀ ਕਹਿੰਦੇ ਨੇ ਇਹ ਠੀਕ ਹੈ ਕਿ ਤੁਸੀਂ ਕਾਸ਼ੀ ਦੇ ਬ੍ਰਾਹਮਣ ਹੋ, ਉਹ ਧਰਤੀ ਜਿੱਥੇ ਵਿਦਿਆ ਸਮਝੀ ਜਾਂਦੀ ਸੀ ਦਿੱਤੀ ਜਾ ਰਹੀ ਹੈ, ਤੁਸੀਂ ਉੱਥੋਂ ਪੜ੍ਹੇ ਹੋਏ ਹੋ, ਤੁਹਾਨੂੰ ਬਹੁਤ ਵੱਡਾ ਇਸ ਗੱਲ ਦਾ ਹੰਕਾਰ ਹੈ ਆਪਣੀ ਵਿਦਿਆ ਦਾ ਕਿ ਮੇਰੇ ਕੋਲ ਧਰਮ ਦੀ ਬਹੁਤ ਵਿਦਿਆ ਹੈ ਤੇ ਮੈਂ ਉਸ ਕਾਸ਼ੀ ਦਾ ਰਹਿਣ ਵਾਲਾ ਇੱਕ ਜੁਲਾਹਾ ਜਿਹਦੇ ਕੋਲ ਤੁਹਾਡੇ ਮੁਤਾਬਕ ਵਿਦਿਆ ਧਰਮ ਦੀ ਕੋਈ ਨਹੀਂ। ਮੈਂ ਕੇਵਲ ਕੱਪੜੇ ਬੁਣਨ ਵਾਲਾ ਨੀਚ ਜ਼ਾਤ ਦਾ ਹਾਂ। ਮੈਂ ਕਦੀ ਧਰਮ ਜੋ ਹੈ ਉਹਨੂੰ ਸਮਝ ਹੀ ਨਹੀਂ ਸਕਦਾ, ਉਹਨੂੰ ਪੜ੍ਹ ਹੀ ਨਹੀਂ ਸਕਦਾ, ਮੈਂ ਧਰਮ ਦੇ ਕਰਮ ਕਰ ਹੀ ਨਹੀਂ ਸਕਦਾ। ਤੇ ਭਗਤ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ, ਤੂੰ ਬਾਮਣ ਮੈਂ ਕਾਸਿਕ ਜੁਲਹਾ ਬੂਝੋ ਮੋਰ ਗਿਆਨਾ। ਇਹ ਠੀਕ ਹੈ ਕਿ ਤੂੰ ਕਾਸ਼ੀ ਦਾ ਬ੍ਰਾਹਮਣ ਹੈ, ਭਾਵ ਤੈਨੂੰ ਮਾਣ ਹੈ ਆਪਣੀ ਵਿਦਿਆ ਦਾ ਜੋ ਤੂੰ ਕਾਸ਼ੀ ਚੋਂ ਗ੍ਰਹਿਣ ਕੀਤੀ ਹੈ, ਤੇ ਮੈਂ ਜ਼ਾਤ ਦਾ ਜੁਲਾਹਾ ਜਿਸ ਨੂੰ ਤੁਹਾਡੀ ਵਿਦਿਆ ਪੜ੍ਹਨ ਦਾ ਹੱਕ ਹੀ ਨਹੀਂ, ਕਿਉਂਕਿ ਕਾਸ਼ੀ ਜੋ ਸੀ ਉਹ ਵਿਦਿਆ ਦੀ ਧਰਤੀ ਸੀ। ਤੇ ਫਿਰ ਭਗਤ ਜੀ ਅੰਤਲੀ ਪੰਕਤੀ 'ਚ ਕਹਿ ਰਹੇ ਨੇ, ਤੁਮ ਤੋ ਜਾਚੇ ਭੂਪਤ ਰਾਜੇ ਹਰ ਸਿਉ ਮੋਰ ਧਿਆਨਾ। ਕਹਿੰਦੇ ਤੁਸੀਂ ਵਿਦਿਆ ਹਾਸਲ ਕਰ ਲਈ, ਤੁਸੀਂ ਗੱਲ ਦੇ ਵਿੱਚ ਜਨੇਊ ਪਾ ਲਿਆ, ਤੁਸੀਂ ਉੱਚੀ ਜ਼ਾਤ ਦੇ ਹੋ ਗਏ, ਤੁਸੀਂ ਬਾਹਮਣ ਬਾਹਮਣ ਕੂਕ ਰਹੇ ਹੋ ਆਪਣੇ ਆਪ ਨੂੰ। ਲੇਕਿਨ ਇੱਕ ਗੱਲ ਚੇਤੇ ਰੱਖਿਓ, ਤੁਮ ਤੋ ਜਾਚੇ ਭੂਪਤ ਰਾਜੇ, ਜਾਚੇ ਤੋਂ ਭਾਵ ਮੰਗਦੇ ਹੋ, ਮੰਗਤੇ ਹੋ। ਤੇ ਫਿਰ ਭਗਤ ਜੀ ਕਹਿ ਰਹੇ ਨੇ, ਪਰ ਮੇਰੀ ਵਿਚਾਰ ਦੀ ਜੋ ਗੱਲ ਹੈ, ਜੋ ਸੋਚ ਹੈ ਮੇਰੀ, ਉਹ ਇਹ ਹੈ ਕਿ ਵਿਦਿਆ ਪੜ੍ਹ ਕੇ ਵੀ ਆਖਰ ਕਰਦੇ ਕੀ ਹੋ? ਤੁਸੀਂ ਤਾਂ ਰਾਜੇ ਰਾਣਿਆਂ ਦੇ ਦਰ ਤੇ ਜਾ ਕੇ ਮੰਗਦੇ ਹੋ, ਮੰਗਤੇ ਬਣੇ ਫਿਰਦੇ ਹੋ। ਤੇ ਮੇਰੀ ਜੋ ਉਸ ਪ੍ਰਭੂ ਪਰਮਾਤਮਾ ਦੇ ਨਾਲ, ਉਸ ਅਕਾਲ ਪੁਰਖ ਦੇ ਨਾਲ ਮੇਰੀ ਜੋ ਲਿਵ ਹੈ,
मेरी जो सुरत है वो जुड़ी हुई है। तुम तो जाचे भूपत राजे, तुसी तां संसारी राजियां वड्डियां दे घर जा जाके मंगदे हो, मंगते बने हुए हो, इन्नी विद्या भी हासिल करके धर्म दी सच करके तुहानू ज्ञान नहीं आया। ते मेरी जो सोच है वो कहंदे ने ये है कि भाई तुसी हार गए हो जिंदगी दी बाजी, ते मैं जो है वो कहंदे ने मैनू तां हर वेले ओ प्रभु परमात्मा वो मेरी सुरती दे अंदर है, उसनू मैं अपने हिरदे च वसाया है, उसनू मैं अपनी जेवा दे उत्ते रखिया है, उसनू मैं अपने जो है हिरदे घर दे अंदर थां दित्ती है, वो मेरे अखां दे अंदर वस रहा है। इसे करके भगत जी ने बड़े स्पष्ट लफ्जां च गल कही सी, कबीर बामन गुरु है जगत का, भगतन का गुर नाए, अर्ज उर्ज के पचमुआ, चारों बेदों माए। कि भगत जी ने संसार के लोगों को यह गल समझाई सी कि भाई किते भुलेखे दे अंदर ना रहो कि किसी एक श्रेणी दे कोल अपने आप को वड्डे कहाउण दे कोल ही धर्म जो है वो बंधी पिया है, होर किसी का धर्म दे नाल वास्ता नहीं, होर कोई भजन बंदी नहीं कर सकता, होर कोई धर्म की गल कर नहीं सकता। तो इसे करके कबीर जी कहते सन भाई अपने आप को गुरु कहाउण वाला ब्राह्मण हो सकता है, दुनिया का गुरु बन जाए। कहते ने असी तां जो जीवन की जांच है वो अपने सतगुरु तो ली, अकाल पुरख तो ली है। कबीर बामन गुरु है जगत का, भगतन का गुरु नाए, जिन्होंने सच करके रब की सोझी हो गई, वो भावें किसी भी जात कुल वर्ण के अंदर जन्मे होण, वो उन्होंने अपना गुरु नहीं मनते। भगतन का गुरु नाए, अर्ज उर्ज के पच मुआ, उलझ के फस के वाद विवाद ही फसिया होया, अर्ज उर्ज के पच मुआ, चारों बेदों माए, वो केवल वेदां दे विच ही उलझिया पिया, उत्थे ही फसिया पिया है, उत्थे ही दुनिया नूं जो है उपदेश दे रहा, उस तो बाहर निकल नहीं सकिया। ते सतगुरु पातशाह दी बाणी दे अंदर भगत जी ने ज्ञान दिता कि भाई सच करके हिरदे दे अंदर परमात्मा नूं वसाउणा, अपनी रसना दे उत्ते परमात्मा दे गुणां नूं हर वेले रसना तो बोलना, सुरती दे अंदर वसाउणा, हर पासे परमात्मा नूं देखना ही सच करके धर्म है। सो गुरु प्यारे वालियो असीं भी कोशिश करिए। भगत जी ने बहुत वड्डा ज्ञान दिता, गुरु पातशाहां ने सानू इस जुले चों, इस जंजाल चों, इस जाल चों बाहर कढ़िया। पर अफसोस अज भी असीं देखदे हां कि अज भी जदों गुरु का सिख गुरु का स्वरूप लैके किसी पांडे दे कोल जाके बैठदा है, जाके उहदे कोल सुखां दी भाल करदा है, जाके उहदे कोल सामने बैठ के अपना हथ दस रहा है, या विआह शादियां दे वास्ते पत्रियां जो है वो वाचियां जा रही ने, तां फिर सच करके गुरु पातशाह जो सानू समझाना चाहते सन, भगत जी जो सानू समझाना चाहते सन, शायद वह साडे उत्ते असर नहीं होया। मैनू एक घटना चेते आ गई, गुरु का सिख किसी धूनी वाले ब्राह्मण के सामने जाके बैठ गया, देख रहा सी भाई दुनिया उहदे कोल जांदी है, लोग मत्थे टेकदे ने, वह भी कोई सिख गुरु दा ते नहीं कह सकते, भुलिया भटकिया जाके उत्थे पहुंचिया, ते जाके उहदे सामने जदों बैठा ते वो जिहड़ा साधु सी ना वो कमाल दा सी। उसने एक गल उहनूं कही, कह लिया गुरु क्या सिखा, तू स्वरूप करके गुरु दा सिख है, मेरे कोल आ गया गुरु कर जांदा है, उथों गुरु दी बख्शिश गुरु दा प्रसाद लैके आउंदा है, ते मेरे कोल वो जो धूनी सी ओहदी सुआह सी, कहंदा मेरे कोल सुआह ही है, मेरे कोल कुछ भी नहीं, तू किते भुलेखे दे अंदर मेरे कोल आ गया है। ते जे किते मेरे कोल आएगा इत्थों सुआह लभेगी, जे किते गुरु कोल जाएगा प्रसाद लभेगा, गुरु दी कृपा लभेगी, गुरु दी बख्शिश लभेगी। ते एक साबका IPS ऑफिसर ने जरनैल सिंह, उन्होंने एक किताब लिखी, कहते मैं IGC चौधरी चरण सिंह दा नाल में सिक्योरिटी सी, यूपी के अंदर एक बहुत वड्डा कोई महात्मा सी, कहते उहदे कोल वड्डे वड्डे सियासतदान जांदे सन। एक दिन कहता मैं भी चला गया, उन्हां दे नाल सियासतदानां नाल जांदा सां, वो जाके उहदियां मिन्नतां करदे, उहनूं मत्थे टेकदे, अरदासां उहदे कोल करदे, उहदे कोलों दुआवां मंगदे। कहते एक दिन मैं भी उहदे सामने खड़ो गया, मैं कहा ए भगत जनो मेरे ते भी कृपा करो, इन्ने वड्डे वड्डे मंत्री तुहाडे कोल आउंदे ने, इन्ने वड्डे वड्डे जो ने राजनीतिक तुहाडे कोल आउंदे ने, ते मेरे उत्ते भी बख्शिश करो। कहण लगे अगों हसिया ते हस के कहण लगा कागज कड्डो, मैं तुहानूं मंत्र लिखाऊंगा। कहण लगे जदों मैं कागज कढिया ते उन्होंने मैनूं लिखिया, कहण लगे जो लभना ही, ते कहंदे एक ओंकार तो लैके गुरप्रसाद तक मूल मंत्र लिखा के कहण लगे जो लभना ही इत्थों ही लभेगा, होर कितों नहीं लभ सकदा, तू ना भटक। ये बाकी भटकण वाले ने, उन्होंने अपनी किताब है, शायद मैनूं किताब का नाम नहीं चेते आ रहा, उस किताब के अंदर उन्होंने ये जिक्र भी किया है। तो फिर वो पाकिस्तान के राष्ट्रपति की भी
ਗੱਲ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ। ਜਦੋਂ ਸਿੱਖਾਂ ਦਾ ਪਹਿਲਾ ਵਫਦ ਪਾਕਿਸਤਾਨ ਦੀ ਧਰਤੀ ਤੇ ਗਿਆ, ਉਹਦੇ ਘਰ ਗਿਆ ਤੇ ਉਹਦੇ ਘਰ ਦੇ ਵਿੱਚ ਉਰਦੂ ਦੇ ਵਿੱਚ ਮੂਲ ਮੰਤਰ ਲਿਖਿਆ ਸੀ। ਤੇ ਜਦੋਂ ਸਿੱਖਾਂ ਨੇ ਬਾਰ-ਬਾਰ ਦੇਖਿਆ, ਉਹ ਕਹਿਣ ਲੱਗਾ ਤੁਸੀਂ ਸੋਚਦੇ ਹੋਵੋਗੇ ਮੇਰੇ ਘਰ ਦੇ ਅੰਦਰ ਇਹ ਮੂਲ ਮੰਤਰ ਕਿਉਂ? ਕਹਾਣੀ ਲੰਬੀ ਹੈ, ਮੈਂ ਉਸ ਪਾਸੇ ਨਾ ਜਾ। ਕਹਿਣ ਲੱਗਾ ਮੈਂ ਜੋ ਕੁਝ ਹਾਂ ਅੱਜ ਇਸ ਮੂਲ ਮੰਤਰ ਕਾਰਨ। ਸੋ ਗੁਰੂ ਪਿਆਰ ਵਾਲੇ ਆਓ, ਸ਼ਬਦ ਗੁਰੂ ਦੇ ਉੱਤੇ ਵਿਸ਼ਵਾਸ ਰੱਖੀਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਈਏ। ਜੋ ਲੱਭਣਾ ਹੈ ਸਤਿਗੁਰੂ ਦੇ ਦਰ ਤੋਂ ਲੱਭੇਗਾ। ਹੋਈ ਵੱਧ ਘੱਟ ਲਈ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।